ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਤੁਧ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ। ਤੂੰ ਸਾਜਨ ਸੰਗੀ ਪ੍ਰਭ ਮੇਰਾ, ਕਾਹੇ ਜੀ ਡਰਾਹੀ। ਤੁਝ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ। ਤੂੰ ਸਾਜਨ ਸੰਗੀ ਪ੍ਰਭ ਮੇਰਾ, ਕਾਹੇ ਜੀ ਡਰਾਹੀ। ਤੁਮਰੀ ਓਟ ਤੁਮਾਰੀ ਆਸਾ, ਬੈਠਤ ਊਠਤ ਸੋਵਤ ਜਾਗਤ। ਬਿਸਰ ਨਾਹੀ ਤੂੰ ਸਾਸ ਗਿਰਾਸਾ। ਰਹਾਉ। ਰਾਖ ਰਾਖ ਸਰਨ ਪ੍ਰਭ ਆਪਣੀ, ਆਗਨ ਸਾਗਰ ਬਿਕਰਾਲਾ। ਨਾਨਕ ਕੇ ਸੁਖ ਦਾਤੇ ਸਤਿਗੁਰ, ਹਾਮ ਤੁਮਰੇ ਬਾਲ ਗੋਪਾਲਾ। ਨਾਨਕ ਕੇ ਸੁਖ ਦਾਤੇ ਸਤਿਗੁਰ, ਹਮ ਤੁਮਰੇ ਬਾਲ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਸਰਬ ਕਲਾ ਸਮਰਾਟ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨਵਿਰਤੀਆਂ ਨੂੰ ਇਕਾਗਰ ਕਰਦੇ ਹੋਏ, ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ, ਸਤ ਸੰਗਤ ਦੇ ਵਿੱਚ ਆ ਕੇ ਮਨੁੱਖਾ ਜਨਮ ਨੂੰ ਸਫਲਾ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਡੰਡੌਤ ਵੰਦਨਾ ਅਰਦਾਸਾਂ ਬੇਨਤੀਆਂ ਕਰਦੇ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਸਾ ਰਾਗ ਦੇ ਅੰਦਰ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ ਕਿ ਤੁਝ ਬਿਨ ਅਵਰ ਨਾਹੀ ਮੈਂ ਦੂਜਾ। ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮੇਸ਼ਰ ਅੱਗੇ ਬੇਨਤੀਆਂ ਕਰਦੇ ਹੋਏ ਕਹਿਣ ਲੱਗੇ, ਹੇ ਪਰਮੇਸ਼ਰ, ਤੁਝ ਤੇਰੇ ਤੋਂ ਬਿਨ ਬਗੈਰ ਮੇਰਾ ਅਵਰ ਹੋਰ ਕੋਈ ਦੂਸਰਾ ਆਸਰਾ ਨਹੀਂ ਹੈ। ਇਸ ਜੀਵ ਨੂੰ ਵੀ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਕਿ ਹੇ ਪਰਮੇਸ਼ਰ, ਤੇਰੇ ਤੋਂ ਬਗੈਰ ਮੇਰਾ ਹੋਰ ਕੋਈ ਦੂਸਰਾ ਆਸਰਾ ਨਹੀਂ ਹੈ।
ਤੂੰ ਮੇਰੇ ਮਨ ਮਾਹੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਤੂੰ ਹਿਉਂ ਹੀ ਮੇਰੇ ਹਿਰਦੇ ਵਿੱਚ ਮਾਹੀ ਵਸ ਰਿਹਾ ਹੈ। ਤੁਝ ਬਿਨ ਅਵਰ ਨਾਹੀ ਮੈਂ ਦੂਜਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਤੁਝ ਤੇਰੇ ਤੋਂ ਬਿਨ ਬਗੈਰ ਮੈਂ ਮੇਰਾ ਅਵਰ ਹੋਰ ਕੋਈ ਦੂਸਰਾ ਆਸਰਾ ਨਹੀਂ ਹੈ। ਤੂੰ ਮੇਰੇ ਮਨ ਮਾਹੀ, ਤੂੰ ਹੀ ਉਹ ਸਾਡੇ ਮਨ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ। ਤੇਰਾ ਹੀ ਸਾਨੂੰ ਆਸਰਾ ਹੈ। ਤੇ ਤੂੰ ਸਾਜਨ ਸੰਗੀ ਪ੍ਰਭ ਮੇਰਾ। ਹੇ ਪ੍ਰਭੂ ਪਰਮੇਸ਼ਰ, ਤੂੰ ਹਿਉਂ ਹੀ ਮੇਰਾ ਇਸ ਲੋਕ ਦਾ ਸਾਜਨ ਮਿੱਤਰ ਹੈ ਅਤੇ ਪਰਲੋਕ ਦਾ ਸੰਗੀ ਸਾਥੀ ਹੈ। ਤੂੰ ਸਾਜਨ ਸੰਗੀ ਪ੍ਰਭ ਮੇਰਾ। ਹੇ ਪ੍ਰਭੂ ਪਰਮੇਸ਼ਰ, ਤੂੰ ਹਿਉਂ ਹੀ ਮੇਰਾ ਲੋਕ ਦਾ ਸੱਜਣ ਮਿੱਤਰ ਤੇ ਪਰਲੋਕ ਦਾ ਸਾਥੀ ਸੰਗੀ ਹੈ। ਫਿਰ ਕਾਹੇ ਜੀ ਡਰਾਹੀ। ਫਿਰ ਅਸੀਂ ਕਾਹੇ ਕਿਸ ਵਾਸਤੇ ਜੀ ਹਿਰਦੇ ਵਿੱਚ ਡਰ ਨਾ ਕਰੀਏ। ਸਾਨੂੰ ਫਿਰ ਕੋਈ ਡਰ ਹੀ ਨਹੀਂ ਜਦੋਂ ਤੂੰ ਪਰਲੋਕ ਦਾ ਸਾਥੀ ਇਸ ਲੋਕ ਦਾ ਮਿੱਤਰ ਹੈ। ਫਿਰ ਸਾਨੂੰ ਡਰ ਕਾਹਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਕਾਹੇ ਜੀ ਡਰਾਹੀ, ਕਿ ਮੈਂ ਜੀ ਤੂੰ ਕਿਉਂ ਡਰਦਾ ਹੈ। ਉਸ ਮਿੱਤਰ ਉਸ ਪ੍ਰਭੂ ਨੂੰ ਹਰ ਵੇਲੇ ਅੰਗ ਸੰਗ ਜਾਣਿਆ ਕਰ ਕਿ ਪਰਮੇਸ਼ਰ ਹਰ ਸਮੇਂ ਅੰਗ ਸੰਗ ਵਸ ਰਿਹਾ ਹੈ। ਕਿ ਇਹ ਮੇਰੇ ਜੀਵ ਆਤਮਾ, ਤੇ ਤੂੰ ਕਿਉਂ ਡਰਦਾ ਹੈ। ਜਦੋਂ ਉਹ ਮਿੱਤਰ ਪ੍ਰਭੂ ਨੂੰ ਹਰ ਵੇਲੇ ਅੰਗ ਸੰਗ ਜਾਣਿਆ ਕਰ ਕਿ ਉਹ ਅੰਗ ਸੰਗ ਹੈ, ਫਿਰ ਕਾਸ਼ ਤੋਂ ਡਰਨਾ ਹੈ। ਡਰ ਨਹੀਂ ਰਹਿੰਦਾ ਜਦੋਂ ਇਹ ਜੀਵ ਪਰਮੇਸ਼ਰ ਨੂੰ ਅੰਗ ਸੰਗ ਵਸਦਾ ਜਾਣ ਲੈਂਦਾ ਹੈ ਕਿ ਪਰਮੇਸ਼ਰ ਹਰੇਕ ਦੇ ਵਿੱਚ ਵਸ ਰਿਹਾ ਹੈ, ਘਟਾਂ ਘਟਾਂ ਵਿੱਚ ਵਸ ਰਿਹਾ ਹੈ। ਜਿਸ ਨੂੰ ਇਹ ਯਕੀਨ ਹੋ ਗਿਆ ਕਿ ਉਹ ਪਰਮੇਸ਼ਰ ਮੇਰਾ ਸਾਥੀ ਹੈ, ਸੰਗੀ ਹੈ, ਕਿ ਉਹ ਸਾਥ ਦੇਣ ਵਾਲਾ ਹੈ, ਫਿਰ ਕੋਈ ਵੀ ਡਰ ਨਹੀਂ ਰਹਿੰਦਾ। ਉਹ ਮਿੱਤਰ ਪ੍ਰਭੂ ਹਰ ਵੇਲੇ ਅੰਗ ਸੰਗ ਵਸਦਾ ਹੈ। ਮਹਾਰਾਜ ਜੀ ਅੱਗੇ ਕਹਿਣ ਲੱਗੇ, ਤੁਮਰੀ ਓਟ ਤੁਮਾਰੀ ਆਸਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਹ ਮਹਾਰਾਜ, ਤੁਮਰੀ ਤੁਹਾਡੀ ਹੀ ਇਸ ਲੋਕ ਵਿੱਚ ਓਟ ਟੇਕ ਹੈ ਅਤੇ ਤੁਮਰੀ ਆਸਾ ਤੁਹਾਡੀ ਹੀ ਪਰਲੋਕ ਵਿੱਚ ਆਸਾ ਉਮੀਦ ਭਰੋਸਾ ਹੈ ਕਿ ਤੁਸੀਂ ਜ਼ਰੂਰ ਪਰਲੋਕ ਵਿੱਚ ਵੀ ਸਾਡੀ ਰੱਖਿਆ ਕਰੋਗੇ ਤੇ ਇਸ ਲੋਕ ਵਿੱਚ ਵੀ ਤੇਰਾ ਆਸਰਾ ਹੈ। ਤੁਮਰੀ ਓਟ ਤੁਮਾਰੀ ਆਸਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਮਹਾਰਾਜ, ਤੁਮਰੀ ਤੁਹਾਡੀ ਹੀ ਇਸ ਲੋਕ ਵਿੱਚ ਓਟ ਟੇਕ ਆਸਰਾ ਹੈ ਅਤੇ ਤੁਮਾਰੀ ਆਸਾ ਤੁਹਾਡੀ ਹੀ ਪਰਲੋਕ ਵਿੱਚ ਆਸਾ ਉਮੀਦ, ਤੁਹਾਡੇ ਤੇ ਹੀ ਭਰੋਸਾ ਹੈ। ਬੈਠਤ ਊਠ ਸੋਵਤ ਜਾਗਤ, ਬਿਸਰ ਨਾਹੀ ਤੂੰ ਸਾਸ ਗਿਰਾਸਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਮਹਾਰਾਜ, ਬੈਠਤ ਬਹਿੰਦਿਆਂ, ਊਠਤ ਉੱਠਦਿਆਂ, ਸੋਵਤ ਸੁੱਤਿਆਂ, ਜਾਗਤ ਜਾਗਦਿਆਂ, ਕਿ ਸਮਾਧੀ ਵਿੱਚ ਬੈਠਤ ਇਸਤਤ ਹੁੰਦਿਆਂ, ਇਕੱਤਰ ਹੁੰਦਿਆਂ, ਸੰਸਾਰ ਵੱਲੋਂ ਊਠਤ ਉੱਠਦਿਆਂ ਭਾਵ ਉਪਰਾਮ ਹੁੰਦਿਆਂ ਤੇ ਨਿਰਵਿਕਲਪ ਸਮਾਧੀ ਵਿੱਚ ਸੋਵਤ ਸੌਂਦਿਆਂ, ਗਿਆਨ ਅਵਸਥਾ ਵਿੱਚ ਜਾਗਦਿਆਂ ਅਤੇ ਸਵਾਸ ਲੈਂਦਿਆਂ। ਸਵਾਸ ਗਿਰਾਸਾ, ਕਿ ਸਵਾਸ ਲੈਂਦਿਆਂ, ਗਿਰਾਸਾ ਭੋਜਨ ਗਰਾਹੀ ਲੈਂਦਿਆਂ, ਸਾਸ ਗਿਰਾਸਾ ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ। ਤੂੰ ਸਾਨੂੰ ਭੁੱਲਣਾ ਨਾ ਕਰੀ, ਭੁੱਲਣਾ ਨਾ ਕਰੋ ਕਿ ਤੁਹਾਡੇ ਤੇ ਹੀ ਸਾਡੀ ਆਸਾ ਹੈ, ਭਰੋਸਾ ਹੈ, ਉਮੀਦ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਸਵਾਸ ਲੈਂਦਿਆਂ,
ਭੋਜਨ ਖਾਂਦਿਆਂ, ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਕਿ ਤੁਸੀਂ ਸਾਨੂੰ ਭੁੱਲਣਾ ਨਾ ਕਰਿਓ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਰਾਖ ਰਾਖ ਸਰਨ ਪ੍ਰਭ ਆਪਣੀ। ਹੇ ਪ੍ਰਭੂ ਪਰਮੇਸ਼ਰ, ਸਾਨੂੰ ਆਪਣੀ ਸਰਨ ਵਿੱਚ ਰਾਖ ਰਾਖ ਰੱਖ ਲਵੋ, ਰੱਖ ਲਵੋ। ਰਾਖ ਰਾਖ ਸਰਨ ਪ੍ਰਭ ਆਪਣੀ, ਕਿ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਲਾਹਣਤਾ ਰੂਪੀ ਸੁਆਹ ਪੈਣ ਤੋਂ ਰੱਖਿਆ ਕਰ ਲਓ ਸਾਡੀ। ਸਾਡੇ ਤੇ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਹਨ, ਇਹਨਾਂ ਦੀ ਸਾਨੂੰ ਲਾਹਣਤਾ ਰੂਪੀ ਜਿਹੜੀ ਸੁਆਹ ਪੈਣੀ ਹੈ, ਉਸ ਸੁਆਹ ਤੋਂ ਰੱਖ ਲਓ, ਕਿ ਸਾਨੂੰ ਜਿਹੜੀਆਂ ਇਸ ਕਰਮ ਕਰਦਿਆਂ ਲਾਹਣਤਾਂ ਪੈਣੀਆਂ ਹਨ, ਉਹਨਾਂ ਤੋਂ ਰੱਖਣਾ ਕਰੋ। ਰਾਖ ਰਾਖ ਸਰਨ ਪ੍ਰਭ ਆਪਣੀ। ਹੇ ਰਾਖ ਰੱਖਣ ਯੋਗ ਪਰਮੇਸ਼ਰ, ਸਾਨੂੰ ਆਪਣੇ ਚਰਨਾਂ ਦੀ ਪ੍ਰੀਤੀ ਰੂਪੀ ਧੂੜੀ ਦੇ ਕੇ ਰੱਖਣਾ ਕਰੋ। ਕਿਉਂਕਿ ਆਗਨ ਸਾਗਰ ਵਿਕਰਾਲਾ, ਕਿਉਂਕਿ ਇਹ ਸੰਸਾਰ ਹੈ ਜਿਹੜਾ ਤ੍ਰਿਸ਼ਨਾ ਰੂਪੀ ਅੱਗ ਦਾ ਵਿਕਰਾਲਾ ਭਿਆਨਕ ਸਮੁੰਦਰ ਹੈ। ਇਸ ਸੰਸਾਰ ਸਮੁੰਦਰ ਤੋਂ ਸਾਨੂੰ ਰੱਖਣਾ ਕਰੋ, ਕਿ ਆਗਨ ਸਾਗਰ ਵਿਕਰਾਲਾ, ਇਹ ਸੰਸਾਰ ਤ੍ਰਿਸ਼ਨਾ ਰੂਪੀ ਕਾਲ ਰੂਪੀ ਅੱਗ ਦਾ ਬੜਾ ਵਿਕਰਾਲਾ ਭਿਆਨਕ ਸਾਗਰ ਸਮੁੰਦਰ ਹੈ। ਇਸ ਤੋਂ ਤੁਸੀਂ ਸਾਨੂੰ ਰੱਖਣਾ ਕਰੋ। ਨਾਨਕ ਕੇ ਸੁਖ ਦਾਤੇ ਸਤਿਗੁਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਗੋਪਾਲਾ, ਹਮ ਤੁਮਰੇ ਬਾਲ ਗੋਪਾਲਾ। ਹੇ ਗੋਪਾਲਾ ਪਰਮੇਸ਼ਰ ਸਰੂਪ ਸਤਿਗੁਰੂ ਜੀ, ਤੁਸੀਂ ਸੁੱਖਾਂ ਦੇ ਦਾਤੇ ਹੋ ਅਤੇ ਅਸੀਂ ਤੁਹਾਡੇ ਬਾਲ ਬੱਚੇ ਹਾਂ, ਬਾਰਕ ਹਾਂ। ਹੇ ਸਾਡੇ ਜਨਾਂ ਦੇ ਤਾਈਂ ਸੁੱਖ ਦੇਣ ਵਾਲੇ ਸਤਿਗੁਰੂ ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਹਮ ਤੁਮਰੇ ਬਾਲ ਗੋਪਾਲਾ, ਹਮ ਅਸੀਂ ਤੁਹਾਡੇ ਬਾਲ ਗੋਪਾਲਾ ਪਿਆਰੇ ਸੇਵਕ ਹਾਂ, ਛੋਟੇ ਬੱਚੇ ਹਾਂ। ਹੇ ਗੋਪਾਲਾ ਪਰਮੇਸ਼ਰ, ਤੇਰੇ ਹੀ ਬਾਲਕ ਹਾਂ, ਤੁਸੀਂ ਆਪ ਹੀ ਸਾਨੂੰ ਸੁੱਖ ਦੇਣ ਵਾਲੇ ਸੁੱਖਾਂ ਦੇ ਦਾਤੇ ਹੋ। ਮਹਾਰਾਜ ਸਾਡੀ ਰੱਖਿਆ ਕਰਨਾ ਕਰੋ। ਆਸਾ ਮਹੱਲਾ ਪੰਜਵਾ। ਹਰ ਜਨ ਲੀਨੇ ਪ੍ਰਭੂ ਛਡਾਏ, ਪ੍ਰੀਤਮ ਸਿਉ ਮੇਰੋ ਮਨ ਮਾਨਿਆ। ਤਾਪ ਮੂਆ ਵਿਖ ਖਾਏ ਰਹਾਉ, ਪਾਲਾ ਤਾਉ ਕਛੂ ਨਾ ਵਿਆਪੈ। ਰਾਮ ਨਾਮ ਗੁਣ ਗਾਏ, ਡਾਕੀ ਕੋ ਚਿਤ ਕਛੂ ਨਾ ਲਾਗੈ। ਚਰਨ ਕਮਲ ਸਰਨਾਏ, ਸੰਤ ਪ੍ਰਸਾਦ ਭਏ ਕਿਰਪਾਲਾ। ਹੋਏ ਆਪ ਸਹਾਏ, ਗੁਣ ਨਿਧਾਨ ਨਿਤ ਗਾਵੈ ਨਾਨਕ। ਸਹਿਸਾ ਦੁਖ ਮਿਟਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਜਿੱਥੇ ਵੀ ਬਾਣੀ ਉਚਾਰਦੇ ਸਨ, ਕੋਈ ਮਨੋਰਥ ਹੁੰਦਾ ਸੀ, ਉੱਥੇ ਬਾਣੀ ਉਚਾਰਦੇ ਸਨ ਉਪਦੇਸ਼ ਦੇਣ ਵਾਸਤੇ ਸੰਗਤਾਂ ਨੂੰ। ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਲਕ ਉਮਰ ਦੇ ਵਿੱਚ ਸਨ ਸ੍ਰੀ ਹਰਗੋਬਿੰਦ ਸਾਹਿਬ ਜੀ, ਕਿ ਜਿਸ ਵੇਲੇ ਸ੍ਰੀ ਗੁਰੂ ਬਾਲਕ ਹਰਗੋਬਿੰਦ ਜੀ ਨੂੰ ਪ੍ਰਿਥੀਏ ਨੇ ਅਨੇਕਾਂ ਕਸ਼ਟ ਦਿੱਤੇ ਸਨ, ਤੇ ਹਰ ਸਮੇਂ ਪਰਮੇਸ਼ਰ ਨੇ ਰੱਖਿਆ ਕੀਤੀ ਸੀ ਬਾਲਕ ਗੋਬਿੰਦ ਰਾਏ ਜੀ ਦੀ। ਤਾਂ ਇੱਕ ਵਾਰ ਜਦੋਂ ਬਾਲ ਹਰਗੋਬਿੰਦ ਸਾਹਿਬ ਜੀ ਸਤਿਗੁਰਾਂ ਨੂੰ ਬੁਖਾਰ ਹੋਇਆ ਸੀ, ਉਸ ਦੇ ਉਤਰ ਜਾਣ 'ਤੇ ਪੰਜਵੇਂ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਜਦੋਂ ਹਰਗੋਬਿੰਦ ਸਾਹਿਬ ਜੀ ਦਾ ਬੁਖਾਰ ਉਤਰ ਗਿਆ ਸੀ, ਉਸ ਟਾਈਮ ਇਹ ਸ਼ਬਦ ਉਚਾਰਨ ਕੀਤਾ।
ਹਰ ਜਨ ਲੀਏ ਪ੍ਰਭੂ ਛਡਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਹਰੀ ਦੇ ਜਨ, ਹਰੀ ਦੇ ਸੇਵਕਾਂ ਨੂੰ ਪ੍ਰਭੂ ਪਰਮੇਸ਼ਰ ਨੇ ਆਪ ਹੀ ਦੁੱਖਾਂ ਤੋਂ ਛੁਡਾ ਲੈਣਾ ਕੀਤਾ ਹੈ। ਹਰ ਜਨ ਲੀਨੇ ਪ੍ਰਭੂ ਛਡਾਏ, ਕਿ ਹੈ ਭਾਈ, ਹਰ ਜਨ ਹਰੀ ਦੇ ਸੇਵਕਾਂ ਨੂੰ ਪਰਮੇਸ਼ਰ ਨੇ ਆਪ ਹੀ ਦੁੱਖਾਂ ਤੋਂ ਛੁਡਾ ਲੈਣਾ ਕੀਤਾ ਹੈ। ਪ੍ਰੀਤਮ ਸਿਉ ਮੇਰੋ ਮਨ ਮਾਨਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪ੍ਰੀਤਮ ਪਿਆਰੇ ਪਰਮੇਸ਼ਰ ਦੇ ਨਾਲ ਮੇਰੋ ਸਾਡਾ ਹਿਰਦਾ ਮਨ ਮੰਨ ਗਿਆ ਹੈ, ਅਤੇ ਜੋ ਸਾਹਿਬਜ਼ਾਦੇ ਨੂੰ ਤਾਪ ਬੁਖਾਰ ਚੜ੍ਹਿਆ ਹੋਇਆ ਸੀ, ਤਾਪ ਮੂਆ ਬਿਖ ਖਾਏ, ਕਿ ਜੋ ਤਾਪ ਚੜ੍ਹਿਆ ਹੋਇਆ ਸੀ ਉਹ ਵੀ ਨਾਮ ਰੂਪੀ ਬਿਖ ਬਿਓ ਖਾ ਕੇ ਮੋਆ ਮਰ ਗਿਆ, ਭਾਵ ਬੁਖਾਰ ਲੈ ਗਿਆ ਹੈ ਨਾਮ ਦੀ ਕਿਰਪਾ ਨਾਲ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਪਾਲਾ ਤਾਊ ਕਸੂ ਨਾ ਵਿਆਪੈ, ਕਿ ਪਰਮੇਸ਼ਰ ਦੇ ਨਾਮ ਦੇ ਗੁਣ ਸਿਫਤਾਂ ਗਾਉਣ ਨਾਲ ਪਾਲਾ ਸਰਦੀ ਕਰਕੇ ਤਾਪ ਅਤੇ ਤਪਸ ਕਰਕੇ ਤਾਪ ਭਾਵ ਠੰਡਾ ਤੱਤਾ ਤਾਪ ਆਦਿਕ ਕੁਛ ਵੀ ਨਹੀਂ ਵਿਆਪਦਾ। ਪਾਲਾ ਤਾਊ ਕਸੂ ਨਾ ਵਿਆਪੈ, ਰਾਮ ਨਾਮ ਗੁਣ ਗਾਏ, ਕਿ ਪਰਮੇਸ਼ਰ ਦੇ ਨਾਮ ਦੇ ਗੁਣ ਸਿਫਤਾਂ ਗਾਉਣ ਨਾਲ ਪਾਲਾ ਸਰਦੀ ਤਾਪ, ਇਹ ਕੁਝ ਵੀ ਠੰਡਾ ਤੱਤਾ ਤਾਪ ਹੈ ਜਿਹੜਾ ਆਦਿਕ ਕੁਝ ਵੀ ਨਹੀਂ ਵਿਆਪਦਾ। ਡਾਕੀ ਕੋ ਚਿਤ ਕਛੂ ਨਾ ਲਾਗੈ, ਚਰਨ ਕਮਲ ਸਰਨਾਏ, ਕਿ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸਰਨਾਏ ਸਰਨ ਵਿੱਚ ਆਉਣ ਕਰਕੇ, ਚਰਨ ਕਮਲ ਸਰਨਾਏ, ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸਰਨਾਏ ਸਰਨ ਵਿੱਚ ਆਉਣ ਕਰਕੇ। ਡਾਕੀ ਕੋ ਚਿਤ ਕਛੂ ਨਾ ਲਾਗੈ, ਡਾਕੀ ਡਾਇਣ ਆਦਿਕ ਦਾ ਦੇਖਣਾ ਭਾਵ ਡਾਇਣ ਆਦਿਕ ਦੀ ਨਜ਼ਰ ਕੁਝ ਵੀ ਨਹੀਂ ਲੱਗਦੀ। ਡਾਕੀ ਸ਼ਰਦ ਭਾਵ ਉਲਟੀ ਅਤੇ ਕੋ ਚਿਤ ਅਤੀਸਾਰ ਦਸਤ ਆਦਿਕ ਕੁਝ ਰੋਗ ਵੀ ਨਹੀਂ ਲੱਗਦਾ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਅੰਤਰੀਵ ਭਾਵ ਦੇ ਵਿੱਚ, ਹਰ ਜਨ ਲੀਨੇ ਪ੍ਰਭੂ ਛਡਾਏ, ਕਿ ਹੈ ਭਾਈ, ਹਰੀ ਪਰਮੇਸ਼ਰ ਨੇ ਪ੍ਰਭੂ ਨੇ ਸਾਰੇ ਭਗਤਾਂ ਨੂੰ ਕਾਮ ਆਦਿਕ ਵਿਕਾਰਾਂ ਪ੍ਰਤੱਖ ਬੰਧਨਾਂ ਤੋਂ ਛਡਾ ਲਿਆ ਹੈ। ਜਿਸ ਪ੍ਰਕਾਰ ਪਰਮੇਸ਼ਰ ਨੇ ਛਡਾਇਆ ਹੈ ਉਹ ਭਗਤ ਜਨ ਆਪਣੀ ਅਵਸਥਾ ਕਥਨ ਕਰਦਾ ਹੈ ਕਿ ਪ੍ਰੀਤਮ ਸਿਉ ਮੇਰੋ ਮਨ ਮਾਨਿਆ, ਕਿ ਜਿਸ ਵੇਲੇ ਮੇਰਾ ਮਨ ਹਿਰਦਾ ਪ੍ਰੀਤਮ ਪਿਆਰੇ ਪਰਮੇਸ਼ਰ ਦੇ ਨਾਲ ਮੰਨ ਗਿਆ ਹੈ, ਉਸ ਵੇਲੇ ਆਦਿ ਵਿਆਧੀ ਉਪਾਧੀ ਅਧਿਆਤਮ ਅਦਭੂਤ ਅਦ ਦੈਵ ਤਾਪ ਨਾਮ ਰੂਪੀ ਜ਼ਹਿਰ ਖਾ ਕੇ ਮਰ ਗਿਆ, ਭਾਵ ਨਿਵਰਤ ਹੋ ਗਿਆ ਹੈ। ਪ੍ਰੀਤਮ ਸਿਉ ਮੇਰੋ ਮਨ ਮਾਨਿਆ, ਤਾਪ ਮੂਆ ਬਿਖ ਖਾਏ ਰਹਾਓ। ਮਹਾਰਾਜ ਜੀ ਕਹਿਣ ਲੱਗੇ, ਜਿਸ ਵੇਲੇ ਮੇਰਾ ਮਨ ਹਿਰਦਾ ਪ੍ਰੀਤਮ ਪਿਆਰੇ ਪਰਮੇਸ਼ਰ ਦੇ ਸਾਥ ਮੰਨ ਗਿਆ, ਤਾਂ ਉਸ ਵੇਲੇ ਆਦਿ ਵਿਆਧੀ ਉਪਾਧੀ ਜਿਹੜਾ ਤਾਪ ਨਾਮ ਰੂਪੀ ਜ਼ਹਿਰ ਖਾ ਕੇ ਮਰ ਗਿਆ ਹੈ, ਭਾਵ ਨਾਮ ਜਪਣ ਦੇ ਨਾਲ ਨਿਵਰਤ ਹੋ ਗਿਆ ਹੈ। ਨਾਮ ਨੂੰ ਜ਼ਹਿਰ ਦੀ ਨਿਆਈ ਇਸ ਕਰਕੇ ਕਿਹਾ ਹੈ ਕਿ ਨਾਮ ਹੈ ਤਾਂ ਅੰਮ੍ਰਿਤ, ਪਰ ਇੱਥੇ ਨਾਮ ਨੂੰ ਜ਼ਹਿਰ ਦੀ ਨਿਆਈ ਇਸ ਕਰਕੇ ਕਿਹਾ ਹੈ ਕਿ ਜਿਵੇਂ ਮਿਸਰੀ ਅੰਮ੍ਰਿਤ ਰੂਪ ਹੁੰਦੀ ਹੈ, ਨਾਮ ਵੀ ਅੰਮ੍ਰਿਤ ਰੂਪ ਹੁੰਦਾ ਹੈ, ਮਿਸਰੀ ਇੱਕ ਅੰਮ੍ਰਿਤ ਰੂਪ ਹੁੰਦੀ ਹੈ, ਪਰੰਤੂ ਜੇਕਰ ਗਧੇ ਨੂੰ ਖਵਾਈ ਜਾਵੇ ਤਾਂ ਬੰਨ ਪੈ ਕੇ ਉਸ ਦੀ ਮੌਤ ਹੋ ਜਾਂਦੀ ਹੈ। ਇਸੇ ਪ੍ਰਕਾਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ, ਪਰੰਤੂ ਜੇਕਰ ਇਹੋ ਨਾਮ ਜਮਾਂ ਦੇ ਪਾਸ ਲਿਆ ਜਾਵੇ, ਜਮਦੂਤਾਂ ਦੇ ਪਾਸ ਲਿਆ ਜਾਵੇ, ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਭਾਵ ਉਹ ਦੂਰ ਹੋ ਜਾਂਦੇ ਹਨ ਨਾਮ ਜਪਣ ਵਾਲੇ ਤੋਂ। ਭਗਤੀ ਕਰਨ ਵੇਲੇ ਇਹ ਤਾਪ ਜਮ ਰੂਪ ਹੋ ਕੇ ਚਿੰਬੜੇ ਸੀ, ਪਰੰਤੂ ਨਾਮ ਦੇ ਅਭਿਆਸ ਕਰਕੇ ਇਹ ਦੂਰ ਹੋ ਗਏ ਹਨ। ਪਾਲਾ ਤਾਊ ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ, ਕਿ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ
ਅਤੇ ਗੁਣਾਂ ਨੂੰ ਗਾਇਨ ਕਰਨ ਨਾਲ ਪਾਪਾਂ ਦਾ ਜੜਤਾ ਬਿਰਤੀ ਰੂਪ ਪਾਲਾ ਠੰਡ ਅਤੇ ਤਮੋ ਗੁਣ ਕ੍ਰੋਧ ਰੂਪੀ ਤਪਸ ਆਦਿਕ ਕੁਝ ਵੀ ਨਹੀਂ ਵਿਆਪਦਾ। ਡਾਕੀ ਕੋ ਚਿਤ ਕਛੂ ਨ ਲਾਗੈ। ਕਿ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਆਉਣ ਕਰਕੇ, ਚਰਨ ਕਮਲ ਸਰਣਾਏ, ਕਿ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸਰਨਾਏ ਸ਼ਰਨ ਵਿੱਚ ਆਉਣ ਕਰਕੇ ਮਾਇਆ ਰੂਪੀ ਡਾਕੀ, ਮਾਇਆ ਰੂਪੀ ਡਾਇਣ ਦੀ ਚਿਤਵਨੀ ਰੂਪੀ ਨਜ਼ਰ ਵਿੱਚ ਕੁਝ ਨਹੀਂ ਲੱਗਦੀ। ਡਾਕੀ ਉਲਟੀ ਭਾਵ ਪਰਾਈ ਨਿੰਦਿਆ ਰੂਪੀ ਉਲਟੀ ਅਤੇ ਸ਼ਬਦ ਸਪਰਸ ਆਦਿਕ ਵਿਸ਼ਿਆਂ ਦੇ ਚਿੰਬੜ ਰੂਪ ਦਸਤ ਵੀ ਨਹੀਂ ਲੱਗਦੇ। ਸੰਤ ਪ੍ਰਸਾਦ ਭਏ ਕਿਰਪਾਲਾ, ਹੋਏ ਆਪ ਸਹਾਈ। ਸੰਤ ਸਾਤ ਚਿੱਤ, ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਕਰਕੇ ਜਦੋਂ ਪਰਮੇਸ਼ਰ ਜੀ ਕਿਰਪਾਲਾ ਕਿਰਪਾਲੂ ਹੋਏ, ਤਦੋਂ ਆਪ ਹੀ ਸਹਾਏ, ਸਹਾਇਤਾ ਕਰਨ ਵਾਲੇ ਹੋਏ। ਸੰਤ ਪ੍ਰਸਾਦ ਭਏ ਕਿਰਪਾਲਾ, ਹੋਏ ਆਪ ਸਹਾਈ। ਸੰਤ ਸਾਤ ਚਿੱਤ, ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਜਦੋਂ ਪਰਮੇਸ਼ਰ ਜੀ ਕਿਰਪਾਲੂ ਹੋਏ, ਤਦੋਂ ਆਪ ਹੀ ਸਹਾਇਤਾ ਕਰਨ ਵਾਲੇ ਹੋਏ। ਮਹਾਰਾਜ ਜੀ ਕਹਿਣ ਲੱਗੇ, ਗੁਣ ਨਿਧਾਨ ਨਿਤ ਗਾਵੈ ਨਾਨਕ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਭਗਤ ਜਨ ਨਿਤ ਨਿਤਾ ਪ੍ਰਾਤੀ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਗਾਉਂਦੇ ਹਨ। ਸਹਿਸਾ ਦੁੱਖ ਮਿਟਾਏ, ਜਿਸ ਕਰਕੇ ਪਰਮੇਸ਼ਰ ਨੇ ਉਹਨਾਂ ਦਾ ਪ੍ਰਮਾਣ ਗਤ, ਪ੍ਰੇਯ ਗਤ, ਵਿਪਰਜੇ ਆਦਿਕ ਸੰਸਾ ਤੇ ਜੰਮਣ ਮਰਨ ਦਾ, ਜਮਾ ਆਦਿਕ ਦਾ ਦੁੱਖ ਕਸ਼ਟ ਮਿਟਾ ਦਿੱਤਾ ਹੈ। ਗੁਣ ਨਿਧਾਨ ਨਿਤ ਗਾਵੈ ਨਾਨਕ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਭਗਤ ਜਨ ਨਿਤਾ ਪ੍ਰਤੀ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਗਾਉਂਦੇ ਹਨ। ਜਿਸ ਪਰਮੇਸ਼ਰ ਦੇ ਗਾਉਣ ਕਰਕੇ ਉਹਨਾਂ ਦਾ ਪ੍ਰਾਣ ਗਤ, ਪ੍ਰੇਯ ਗਤ, ਵਿਪਰਜੇ ਗਤ ਆਦਿਕ ਸੰਸਾ, ਜੰਮਣ ਮਰਨ ਦਾ ਦੁੱਖ, ਜਮਾ ਦਾ ਦੁੱਖ ਕਸ਼ਟ ਜਿਹੜਾ ਹੈ ਉਹ ਪਰਮੇਸ਼ਰ ਨੇ ਮਿਟਾ ਦਿੱਤਾ ਹੈ। ਆਸਾ ਮਹੱਲਾ ਪੰਜਵਾ। ਔਖਦ ਖਾਇਓ ਹਰਿ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਥਾਉ। ਔਖਦ ਖਾਇਓ ਹਰਿ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਥਾਉ। ਤਾਪ ਗਿਆ ਬਚਨ ਗੁਰ ਪੂਰੇ, ਆਨੰਦ ਭਇਆ ਸਭ ਮਿਟੇ ਬਸੂਰੇ ਰਹਾਉ। ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਆਸਾ ਰਾਗ ਦੇ ਅੰਦਰ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਔਖਦ ਖਾਇਓ ਹਰਿ ਕੋ ਨਾਉ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਔਖਦ ਹੁੰਦਾ ਦਵਾਈ, ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਦਵਾਈ ਨੂੰ ਖਾਣਾ ਕੀਤਾ ਹੈ, ਭਾਵ ਨਾਮ ਜਪਣਾ ਕੀਤਾ ਹੈ, ਸੁਖ ਪਾਏ ਦੁਖ ਬਿਨਸਿਆ ਥਾਉ। ਉਹਨਾਂ ਨੇ ਸੁਖ ਆਨੰਦ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਹਨਾਂ ਦੇ ਜੰਮਣ ਮਰਨ ਰੂਪੀ ਦੁੱਖਾਂ ਦਾ ਅਸਥਾਨ ਭਾਵ ਅਗਿਆਨ ਨਾਸ ਹੋ ਗਿਆ ਹੈ। ਹਿਰਦੇ ਰੂਪੀ ਥਾਂ ਵਿੱਚ ਅਗਿਆਨ ਰੂਪ ਦੁੱਖ ਹਨ ਜਿਹੜੇ ਉਹਨਾਂ ਦਾ ਨਾਸ ਹੋ ਗਿਆ ਹੈ ਅਤੇ ਗਿਆਨ ਦਾ ਚਾਨਣਾ ਹੋ ਗਿਆ ਹੈ, ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਔਖਦ ਖਾਇਓ ਹਰਿ ਕੋ ਨਾਉ। ਇਹ ਭਾਈ, ਜਿਨ੍ਹਾਂ ਨੇ ਹਰ ਹਰੀ ਪਰਮੇਸ਼ਰ ਦੇ ਨਾਮ ਔਖਦ ਦਵਾਈ ਰੂਪ ਕਰਕੇ ਖਾਣਾ ਕੀਤਾ ਹੈ ਤੇ ਨਾਮ ਨੂੰ ਦਵਾਈ ਕਰਕੇ ਜਪਣਾ ਕੀਤਾ ਹੈ, ਉਹਨਾਂ ਨੇ ਸੁਖ ਆਨੰਦ ਸਰੂਪ ਨੂੰ, ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਸੁਖ ਪਾਏ ਦੁਖ ਬਿਨਸਿਆ ਥਾਉ।
ਅਤੇ ਉਹਨਾਂ ਨੇ ਜੰਮਣ ਮਰਨ ਰੂਪੀ ਦੁੱਖਾਂ ਦਾ ਅਸਥਾਨ ਭਾਵ ਅਗਿਆਨ ਨਾਸ ਹੋ ਗਿਆ ਹੈ। ਹਿਰਦੇ ਰੂਪੀ ਥਾਂ ਵਿੱਚ ਅਗਿਆਨ ਰੂਪੀ ਦੁੱਖ ਦਾ ਨਾਸ ਹੋ ਗਿਆ ਹੈ। ਤਾਪ ਗਿਆ ਬਚਨ ਗੁਰ ਪੂਰੇ, ਕਿ ਪੂਰਨ ਸਤਿਗੁਰੂ ਸਾਹਿਬ ਜੀ ਦੇ ਬਚਨ ਉਪਦੇਸ਼ ਨੂੰ ਕਮਾਉਣ ਕਰਕੇ ਆਦਿ ਵਿਆਧੀ ਉਪਾਧੀ ਰੂਪੀ ਤਾਪ ਨਿਵਰਤ ਹੋ ਗਿਆ ਹੈ। ਆਨੰਦ ਭਇਆ ਸਭ ਮਿਟੇ ਬਸੂਰੇ, ਉਹਨਾਂ ਨੂੰ ਆਨੰਦ ਸਰੂਪ ਪ੍ਰਾਪਤ ਹੋ ਗਿਆ ਹੈ। ਅਤੇ ਸਭ ਮਿਟੇ ਬਸੂਰੇ, ਸਭ ਸਾਰੇ ਪ੍ਰਕਾਰ ਦੇ ਬਸੂਰੇ ਝੋਰੇ ਵੀ ਮਿਟ ਗਏ ਹਨ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਤਾਪ ਗਿਆ ਬਚਨ ਗੁਰ ਪੂਰੇ, ਆਨੰਦ ਭਇਆ ਸਭ ਮਿਟੇ ਬਸੂਰੇ, ਕਿ ਪੂਰਨ ਸਤਿਗੁਰਾਂ ਜੀ ਦੇ ਉਪਦੇਸ਼ ਨੂੰ ਕਮਾਉਣ ਕਰਕੇ ਆਦਿ ਵਿਆਧੀ ਰੂਪੀ ਤਾਪ ਨਿਵਰਤ ਹੋ ਗਿਆ ਹੈ। ਉਹਨਾਂ ਨੂੰ ਆਨੰਦ ਭਇਆ, ਉਹਨਾਂ ਨੂੰ ਆਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਅਤੇ ਸਭ ਮਿਟੇ ਬਸੂਰੇ, ਸਭ ਸਾਰੇ ਪ੍ਰਕਾਰ ਦੇ ਬਸੂਰੇ ਝੋਰੇ ਉਹ ਮਿਟ ਗਏ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਜੀ ਜੰਤ ਸਗਲ ਸੁਖ ਪਾਇਆ। ਉਹਨਾਂ ਜੀ ਜੰਤ ਸੂਖਮ ਅਸਥੂਲ ਜੀਵਾਂ ਆਦਿਕ ਸਾਰਿਆਂ ਨੇ, ਸਾਰੇ ਜੀਵਾਂ ਰੂਪ ਜੰਤ ਬਾਜਿਆਂ ਨੇ ਸੁਖ ਪਾਉਣਾ ਕੀਤਾ ਹੈ, ਜਿਨ੍ਹਾਂ ਦੇ ਝੋਰੇ ਮਿਟ ਗਏ ਹਨ ਤੇ ਆਦਿ ਵਿਆਧੀ ਉਪਾਧੀ ਤਾਪ ਨਿਵਰਤ ਹੋ ਗਏ ਹਨ, ਕਿ ਉਹਨਾਂ ਸਾਰਿਆਂ ਨੇ ਸੁਖ ਪਾਉਣਾ ਕੀਤਾ ਹੈ। ਪਾਰ ਬ੍ਰਹਮ ਨਾਨਕ ਮਨ ਧਿਆਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਮਨ ਵਿੱਚ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੂੰ ਧਿਆਉਣਾ ਕੀਤਾ ਹੈ, ਉਹਨਾਂ ਨੇ ਸੁਖ ਪਾਉਣਾ ਕੀਤਾ ਹੈ। ਆਸਾ ਮਹੱਲਾ ਪੰਜਵਾ। ਬਾਸ਼ਤ ਨਾਹੀ ਸੋ ਵੇਲਾ ਆਈ, ਬਿਨ ਹੁਕਮੈ ਕਿਉ ਬੂਝੈ ਬੁਝਾਈ। ਠੰਡੀ ਤਾਤੀ ਮਿੱਟੀ ਖਾਈ, ਉਹ ਨਾ ਬਾਲਾ ਬੂਢਾ ਭਾਈ ਰਹਾਉ। ਨਾਨਕ ਦਾਸ ਸਾਧ ਸਰਨਾਈ, ਗੁਰ ਪ੍ਰਸਾਦ ਭਉ ਪਾਰ ਪਰਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ, ਬਾਸ਼ਤ ਨਾਹੀ ਸੋ ਵੇਲਾ ਆਈ, ਬਿਨ ਹੁਕਮੈ ਕਿਉ ਬੂਝੈ ਬੁਝਾਈ। ਕਿ ਜਿਸ ਮੌਤ ਨੂੰ ਜੀਵ ਬਾਸ਼ਤ ਚਾਹੁੰਦਾ ਨਹੀਂ ਹੈ, ਬਾਸ਼ਤ ਨਾਹੀ ਕਿ ਜਿਸ ਮੌਤ ਨੂੰ ਜੀਵ ਬਾਸ਼ਤ ਹੁੰਦਾ ਚਾਹੁੰਦਾ ਨਹੀਂ ਹੈ, ਸੋ ਵੇਲਾ ਆਈ, ਸੋ ਉਹ ਮਰਨ ਦਾ ਵੇਲਾ, ਮਰਨ ਦਾ ਸਮਾਂ ਇਹ ਜ਼ਰੂਰ ਆ ਕੇ ਪ੍ਰਾਪਤ ਹੋਵੇਗਾ। ਬਾਸ਼ਤ ਨਾਹੀ ਸੋ ਵੇਲਾ ਆਈ, ਕਿ ਜਿਸ ਮੌਤ ਨੂੰ ਜੀਵ ਬਾਸ਼ਤ ਹੁੰਦਾ ਚਾਹੁੰਦਾ ਨਹੀਂ ਹੈ, ਸੋ ਵੇਲਾ ਆਈ, ਸੋ ਉਹ ਮਰਨ ਦਾ ਵੇਲਾ, ਮਰਨ ਦਾ ਸਮਾਂ ਇਸ ਨੂੰ ਜ਼ਰੂਰ ਆ ਕੇ ਪ੍ਰਾਪਤ ਹੋਵੇਗਾ। ਬਿਨ ਹੁਕਮੈ ਕਿਉ ਬੂਝੈ ਬੁਝਾਈ। ਪਰਮੇਸ਼ਰ ਦਾ ਹੁਕਮ ਮੰਨੇ ਤੋਂ ਬਗੈਰ, ਗੁਰੂ ਸਾਹਿਬ ਜੀ ਦੀ ਆਗਿਆ ਮੰਨੇ ਤੋਂ ਬਿਨਾਂ ਕਾਲ ਰੂਪੀ ਅਗਨੀ ਕਿਵੇਂ ਬੁਝਾਈ ਹੋਈ ਬੁਝੇਗੀ, ਭਾਵ ਨਿਵਰਤ ਨਹੀਂ ਹੋ ਸਕਦੀ। ਸਤਿਗੁਰੂ ਜੀ ਦੀ ਆਗਿਆ ਮੰਨੇ ਤੋਂ ਬਗੈਰ ਕਿਸੇ ਹੋਰ ਦੇ ਬੁਝਾਈ ਸਮਝਾਇਆ ਹੋਇਆ ਕਿਵੇਂ ਇਹ ਕਾਲ ਰੂਪੀ ਅਗਨੀ ਬੁਝ ਸਕਦੀ ਹੈ, ਨਹੀਂ ਬੁਝ ਸਕਦੀ। ਠੰਡੀ ਤਾਤੀ ਮਿੱਟੀ ਖਾਈ, ਇਸ ਦੇਹੀ ਨੂੰ ਤਾਂ ਠੰਡੀ ਸੀਤਲਾ ਤਾਤੀ ਤਾਪ ਆਦਿਕ ਰੋਗ ਲੱਗ ਜਾਂਦੇ ਹਨ। ਠੰਡੀ ਤਾਤੀ ਮਿੱਟੀ ਖਾਈ, ਇਸ ਦੇਹੀ ਨੂੰ ਤਾਂ ਠੰਡ ਲੱਗ ਜਾਂਦੀ ਹੈ, ਤਾਤੀ ਤਾਪ ਆਦਿਕ ਰੋਗ ਲੱਗ ਜਾਂਦਾ ਹੈ, ਜਿਸ ਕਰਕੇ ਇਹ ਮਿੱਟੀ ਦੀ ਬਣੀ ਹੋਈ ਦੇਹ ਸਰੀਰ ਖੈ ਭਾਵ ਨਾਸ ਹੋ ਜਾਂਦੀ ਹੈ। ਇਹ ਮਿੱਟੀ ਦੀ ਬਣੀ ਹੋਈ ਜਿਹੜੀ ਦੇਹ ਹੈ, ਸਰੀਰ ਹੈ, ਇਹ ਖੈ ਭਾਵ ਨਾਸ ਹੋ ਜਾਂਦੀ ਹੈ। ਜਿਸ ਵੇਲੇ ਮੌਤ ਹੋ ਜਾਂਦੀ ਹੈ,
ਠਾਂਡੀ ਤਾਤੀ ਮਿੱਟੀ ਖਾਈ, ਕਿ ਮਿੱਟੀ ਖਾਈ ਜਿਸ ਵੇਲੇ ਮੌਤ ਹੋ ਜਾਂਦੀ ਹੈ ਉਦੋਂ ਇਸ ਸਰੀਰ ਨੂੰ ਕਈ ਠੰਡੇ ਪਾਣੀ ਵਿੱਚ ਪ੍ਰਵਾਹ ਕਰ ਦਿੰਦੇ ਹਨ, ਕਈ ਤਾਤੀ ਤੱਤੀ ਅੱਗ ਵਿੱਚ ਸਾੜ ਦਿੰਦੇ ਹਨ ਅਤੇ ਕਈ ਮਿੱਟੀ ਵਿੱਚ ਦੱਬ ਦਿੰਦੇ ਹਨ। ਇਉਂ ਇਹ ਦੇਹੀ ਖਾਧੀ ਜਾਂਦੀ ਹੈ, ਭਾਵ ਨਾਸ ਹੋ ਜਾਂਦੀ ਹੈ, ਕਿ ਠੰਡੀ ਪਾਣੀ, ਤਾਤੀ ਅੱਗ, ਮਿੱਟੀ, ਆਕਾਸ਼ ਅਤੇ ਪੌਣ, ਇਹਨਾਂ ਪੰਜਾਂ ਤੱਤਾਂ ਦੀ ਬਣੀ ਹੋਈ ਦੇਹੀ ਹਮੇਸ਼ਾ ਘਟਦੀ ਵੱਧਦੀ ਰਹਿੰਦੀ ਹੈ ਅਤੇ ਨਾਸਵੰਤ ਹੈ। ਇਹ ਇੱਕ ਦਿਨ ਇਸ ਨੇ ਨਾਸਵੰਤ ਹੋ ਜਾਣਾ ਹੈ। ਕਿਸੇ ਨੂੰ ਠੰਡ ਦੀ ਨਿਆਈ ਸਤੋ ਗੁਣ, ਕਿਸੇ ਨੂੰ ਤੱਤੀ ਅੱਗ ਦੀ ਨਿਆਈ ਤਮੋ ਗੁਣ ਅਤੇ ਕਿਸੇ ਨੂੰ ਮਿੱਟੀ ਦੀ ਨਿਆਈ ਰਜੋ ਗੁਣ ਖਾਈ ਜਾ ਰਿਹਾ ਹੈ। ਜੋ ਠੰਡਾ ਸਤੋ ਗੁਣ ਧਾਰ ਕੇ ਤਾਤੀ ਤਮੋ ਗੁਣ ਨੂੰ ਮੇਟ ਕੇ ਮਿੱਟੀ ਭੂਮਾ ਰੂਪ ਬ੍ਰਹਮ ਦੇ ਆਨੰਦ ਨੂੰ ਖਾਈ ਜਾਂਦੇ ਹਨ, ਉਹ ਨਿਹਾਲ ਹੋ ਜਾਂਦੇ ਹਨ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਹਿਰਦੇ ਨੂੰ ਠੰਡੀ ਸ਼ਾਂਤ ਕਰਨ ਵਾਲੀ ਸਿੱਖਿਆ ਧਾਰਨ ਕੀਤੀ ਹੈ, ਉਹਨਾਂ ਦੀ ਈਰਖਾ ਕਾਲ ਦੀ ਤਾਤੀ ਤਪਸ ਮਿਟ ਜਾਂਦੀ ਹੈ ਅਤੇ ਉਹ ਬ੍ਰਹਮਾਨੰਦ ਦੇ ਤਾਈਂ ਖਾਣਾ ਕਰਦੇ ਹਨ। ਉਹ ਨਾ ਬਾਲਾ ਬੂਢਾ ਭਾਈ ਰਹਾਓ। ਹੇ ਭਾਈ, ਹੇ ਭਰਾਵੋ, ਦੇਹਾਂ ਤਾਂ ਨਾਸਵੰਤ ਹਨ। ਇਹ ਸਰੀਰ ਹਨ ਜਿਹੜੇ, ਇਹ ਤਾਂ ਨਾਸਵੰਤ ਹਨ, ਪਰੰਤੂ ਉਹ ਨਾ ਬਾਲਾ ਬੂਢਾ ਭਾਈ, ਉਹ ਬ੍ਰਹਮ ਨਾ ਤਾਂ ਬਾਲਾ ਬੱਚਾ ਹੈ ਤੇ ਨਾ ਹੀ ਬੁੱਢਾ ਬਿਰਧ ਹੈ, ਭਾਵ ਇਹ ਇੱਕ ਰਸ ਰਹਿਣ ਵਾਲਾ ਹੈ। ਉਹ ਬ੍ਰਹਮ, ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ, ਉਹ ਨਾ ਤਾਂ ਬਾਲਕ ਬੱਚਾ ਹੈ, ਨਾ ਹੀ ਉਹ ਬੁੱਢਾ ਬਿਰਧ ਹੈ, ਭਾਵ ਉਹ ਤਾਂ ਇੱਕ ਰਸ ਰਹਿਣ ਵਾਲਾ ਹੈ। ਨਾ ਉਹ ਬਾਲਕਾਂ ਦੀ ਨਿਆਈ ਅਗਿਆਨੀ ਹੈ ਤੇ ਨਾ ਹੀ ਬੁੱਢਾ ਤੇ ਹੰਕਾਰੀ ਹੈ, ਉਹ ਇੱਕ ਰਸ ਪ੍ਰਕਾਸ਼ ਸਰੂਪ ਹੈ। ਰਹਾਓ, ਨਾਨਕ ਦਾਸ ਸਾਧ ਸਰਣਾਈ, ਗੁਰ ਪ੍ਰਸਾਦ ਭਉ ਪਾਰ ਪਰਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੋ ਦਾਸਾ ਭਾਵ ਧਾਰ ਕੇ, ਸੇਵਕੀ ਭਾਵ ਧਾਰ ਕੇ ਸ੍ਰੇਸ਼ਟ ਜਨਾਂ ਦੀ ਸਰਨਾਈ ਸਰਨ ਵਿੱਚ ਆਇਆ ਹੈ, ਉਹ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਭੈਦਾਇਕ ਸੰਸਾਰ ਤੋਂ ਪਾਰ ਪਰਾਈ, ਪਾਰ ਪੈਂਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਨਾਨਕ ਦਾਸ ਸਾਧ ਸਰਨਾਈ, ਗੁਰ ਪ੍ਰਸਾਦ ਭਉ ਪਾਰ ਪਰਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੋ ਦਾਸਾ ਭਾਵ ਧਾਰ ਕੇ, ਸੇਵਕੀ ਭਾਵ ਧਾਰ ਕੇ ਸ੍ਰੇਸ਼ਟ ਜਨਾਂ ਦੀ, ਸਾਧੂ ਜਨਾਂ ਦੀ ਸਰਨ ਵਿੱਚ ਆਇਆ ਹੈ, ਉਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਭੈਦਾਇਕ ਸੰਸਾਰ ਤੋਂ ਪਾਰ ਪਰਾਈ, ਪਾਰ ਪੈਂਦਾ ਹੈ, ਪਾਰ ਲੰਘ ਜਾਂਦਾ ਹੈ। ਆਸਾ ਮਹੱਲਾ ਪੰਜਵਾ। ਸਦਾ ਸਦਾ ਆਤਮ ਪ੍ਰਗਾਸ, ਸਾਧ ਸੰਗਤ ਹਰ ਚਰਨ ਨਿਵਾਸ। ਰਾਮ ਨਾਮ ਨਿਤ ਜਾਪ ਮਨ ਮੇਰੇ, ਸੀਤਲ ਸਾਤ ਸਦਾ ਸੁਖ ਪਾਵਹਿ। ਕਿਲ ਬਿਖ ਜਾਹੇ ਸਭੇ ਮਨ ਤੇਰੇ ਰਹਾਉ, ਕਹੋ ਨਾਨਕ ਜਾ ਕੇ ਪੂਰਨ ਕਰਮ। ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਕਥਨ ਕਰਦੇ ਹਨ, ਗੁਰਬਾਣੀ ਦੁਆਰਾ ਸਮਝਾ ਰਹੇ ਹਨ ਕਿ ਸਦਾ ਸਦਾ ਆਤਮ ਪ੍ਰਗਾਸ। ਕਹਿਣ ਲੱਗੇ, ਹੇ ਗੁਰਸਿੱਖੋ, ਜੋ ਸਦਾ ਸਦਾ ਹਮੇਸ਼ਾ ਹਮੇਸ਼ਾ ਸਦੀਵ ਕਾਲ ਆਤਮ ਆਪਣਾ ਆਪ ਰੂਪ ਤੇ ਸਾਰਿਆਂ ਦਾ ਪ੍ਰਕਾਸ਼ਕ ਹੈ, ਉਸ ਦੇ ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰੋ। ਜੋ ਪਰਮੇਸ਼ਰ ਸਦਾ ਸਦਾ ਹਮੇਸ਼ਾ ਹਮੇਸ਼ਾ ਸਦੀਵ ਕਾਲ ਆਪਣਾ ਆਪ ਰੂਪ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਸ ਪਰਮੇਸ਼ਰ ਦੇ ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰੋ, ਜੋ ਕਿ ਅੰਦਰ ਪ੍ਰਕਾਸ਼ ਹੋ ਜਾਏ। ਜੋ ਅਗਿਆਨਤਾ ਦੇ
ਹਨੇਰੇ ਤੋਂ ਰਹਿਤ ਸਦਾ, ਪ੍ਰਕਾਸ਼ ਰੂਪ ਬ੍ਰਹਮ ਹੈ, ਪਰਮੇਸ਼ਰ ਹੈ। ਉਸ ਦੇ ਸਰੂਪ ਵਿੱਚ ਹਮੇਸ਼ਾ ਚਿੱਤ ਦੀ ਬਿਰਤੀ ਨੂੰ ਲਾਉਣਾ ਕਰੋ। ਸਾਧ ਸੰਗਤ ਹਰ ਚਰਨ ਨਿਵਾਸ, ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਵਾਸਾ ਹੁੰਦਾ ਹੈ। ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਧ ਸੰਗਤ ਦੁਆਰਾ ਜਿਨ੍ਹਾਂ ਦੇ ਜੀਵ ਆਤਮਾ ਅੰਦਰ ਨਿੱਤ ਸਰੂਪ ਦਾ ਪ੍ਰਕਾਸ਼ ਹੋਇਆ ਹੈ, ਉਹਨਾਂ ਦਾ ਹਮੇਸ਼ਾ ਹਰੀ ਚਰਨਾਂ ਦੇ ਵਿੱਚ ਨਿਵਾਸ ਹੁੰਦਾ ਹੈ, ਵਾਸਾ ਹੁੰਦਾ ਹੈ। RAM ਨਾਮ ਨਿਤ ਜਪ ਮਨ ਮੇਰੇ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਮਨਾ, ਪਰਮੇਸ਼ਰ ਦੇ ਨਾਮ ਨੂੰ ਨਿਤ ਨਿਤਾ ਪ੍ਰਤੀ ਜਪਣਾ ਕਰ, ਤਦ ਸੀਤਲ ਸਾਂਤ ਸਦਾ ਸੁਖ ਪਾਵੇਂ। ਤਦ ਹੇ ਮੇਰੇ ਮਨਾ, ਤੂੰ ਸੀਤਲ ਕਰਨ ਵਾਲੇ, ਸ਼ਾਂਤੀ ਦੇਣ ਵਾਲੇ ਅਤੇ ਹਮੇਸ਼ਾ ਰਹਿਣ ਵਾਲੇ ਸੁਖ ਆਨੰਦ ਸਰੂਪ ਪਰਮੇਸ਼ਰ ਨੂੰ ਪਾ ਲਵੇਂਗਾ। ਅਤੇ ਕਿਲ ਵਿਖ ਜਾਹੇ ਸਭੇ ਮਨ ਤੇਰੇ, ਅਤੇ ਕਿਲ ਵਿਖ ਸਾਰੇ ਪਾਪ ਚਲੇ ਜਾਣਗੇ। ਜੇ ਤੂੰ ਮਨਾ ਪਰਮੇਸ਼ਰ ਦੇ ਨਾਮ ਨੂੰ ਨਿਤਾ ਪ੍ਰਤੀ ਜਪਣਾ ਕਰੇਗਾ ਤਾਂ ਹੇ ਮਨਾ, ਤੂੰ ਸੀਤਲ ਕਰਨ ਵਾਲੇ, ਸ਼ਾਂਤੀ ਦੇਣ ਵਾਲੇ, ਹਮੇਸ਼ਾ ਰਹਿਣ ਵਾਲੇ ਆਨੰਦ ਸਰੂਪ ਪਰਮੇਸ਼ਰ ਨੂੰ ਪਾ ਲਏਗਾ ਅਤੇ ਤੇਰੇ ਸਾਰੇ ਕਿਲ ਵਿਖਾਉਂਦਾ ਪਾਪ ਉਹ ਚਲੇ ਜਾਣਗੇ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਕਹੋ ਨਾਨਕ ਜਾ ਕੇ ਪੂਰਨ ਕਰਮ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਪੂਰੇ ਨਿਸ਼ਕਾਮ ਕਰਮ ਹਨ, ਜਿਨ੍ਹਾਂ ਦੇ ਕਰਮ ਪੂਰਨ ਗਿਆਨ ਫਲ ਦੇਣ ਵਾਲੇ ਹਨ, ਜਿਨ੍ਹਾਂ ਉੱਪਰ ਪਰਮੇਸ਼ਰ ਦੀ ਪੂਰਨ ਬਖਸ਼ਿਸ਼ ਹੈ, ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ, ਉਹਨਾਂ ਨੂੰ ਸਭ ਥਾਵਾਂ 'ਤੇ ਪੂਰਤ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਰੂਪ ਸਤਿਗੁਰੂ ਗੁਰੂ ਸਾਹਿਬ ਜੀ ਮਿਲਦੇ ਹਨ ਕਿ ਜਿਨ੍ਹਾਂ 'ਤੇ ਨਿਸ਼ਕਾਮ ਕਰਮ ਹਨ, ਜਿਨ੍ਹਾਂ ਦੇ ਕਰਮ ਪੂਰਨ ਗਿਆਨ ਫਲ ਦੇਣ ਵਾਲੇ ਹਨ, ਉਹਨਾਂ ਨੂੰ ਵਿਆਪਕ ਪਰਮੇਸ਼ਰ ਰੂਪ ਸਤਿਗੁਰੂ ਸਾਹਿਬ ਜੀ ਮਿਲਦੇ ਹਨ। ਦੂਜੇ ਘਰ ਕੇ 34। ਇਸ ਸ਼ਬਦ ਤੋਂ ਬਾਅਦ ਦੂਜੇ ਘਰ ਕੇ 34 ਲਿਖੇ ਹਨ। ਇੱਥੋਂ ਤੱਕ ਪੰਜਵੇਂ ਪਾਤਸ਼ਾਹ ਜੀ ਦੇ ਦੂਸਰੇ ਘਰ ਦੂਸਰੇ ਸਰਤਾਲ ਦੇ ਵਿੱਚ 34 ਸ਼ਬਦ ਆਏ ਹਨ। ਦੂਜੇ ਘਰ ਦੇ 34 ਪਦ ਉੱਪਰਲੇ ਸ਼ਬਦ ਨਾਲ ਹੀ ਪੜ੍ਹਨਾ ਹੈ। ਇੱਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 34 ਸ਼ਬਦ ਆ ਚੁੱਕੇ ਹਨ। ਇਸ ਸ਼ਬਦਾਂ ਦਾ ਜੋੜ ਹੈ। ਅੱਗੇ ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਕਥਨ ਕਰਦੇ ਹਨ, ਆਸਾ ਮਹੱਲਾ ਪੰਜਵਾ। ਜਾਂ ਕਾ ਹਰ ਸੁਆਮੀ ਪ੍ਰਭ ਬੇਲੀ, ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ। ਕਰ ਕਿਰਪਾ ਚਰਨ ਸੰਗ ਮੇਲੀ, ਸੂਖ ਸਹਿਜ ਆਨੰਦ ਦੁਹੇਲੀ। ਸਾਧ ਸੰਗ ਗੁਣ ਗਾਏ ਅਤੋਲੀ, ਹਰ ਸਿਮਰਤ ਨਾਨਕ ਭਈ ਅਤੋਲੀ। ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਬੜੇ ਹੀ ਵਿਸਥਾਰ ਦੁਆਰਾ ਸਮਝਾ ਰਹੇ ਹਨ। ਜਾਂ ਕਾ ਹਰ ਸੁਆਮੀ ਪ੍ਰਭ ਬੇਲੀ, ਕਿ ਹੇ ਭਾਈ ਜਾਂ ਜਿਸ ਦਾ ਸੁਆਮੀ ਮਾਲਕ ਹਰੀ ਪ੍ਰਭੂ ਪਰਮੇਸ਼ਰ ਬੇਲੀ ਮਿੱਤਰ ਹੁੰਦਾ ਹੈ। ਜਾਂ ਕਾ ਹਰ ਸੁਆਮੀ ਪ੍ਰਭ ਬੇਲੀ, ਹੇ ਭਾਈ ਜਾਂ ਜਿਸ ਦਾ ਸੁਆਮੀ ਮਾਲਕ ਹਰੀ ਪਰਮੇਸ਼ਰ ਬੇਲੀ ਮਿੱਤਰ ਹੈ। ਪੀੜ ਗਈ ਫਿਰ ਨਹੀਂ ਦੁਹੇਲੀ, ਉਹਨਾਂ ਦੀ ਜੰਮਣ ਮਰਨ ਦੁਨੀਆ ਦੀ ਅਨੇਕ ਪ੍ਰਕਾਰ ਦੀ ਪੀੜ ਦਰਦ ਚਲੀ ਗਈ ਹੈ। ਜਿਨ੍ਹਾਂ ਦਾ ਪਰਮੇਸ਼ਰ ਬੇਲੀ ਹੈ, ਮਿੱਤਰ ਹੈ, ਕਿ ਉਹਨਾਂ ਦੀ ਜੰਮਣ ਮਰਨ ਰੂਪੀ ਦੁਨੀਆ ਦੀ ਅਨੇਕਾਂ ਪ੍ਰਕਾਰ ਦੀ ਪੀੜ ਦਰਦ ਚਲੀ ਗਈ ਹੈ। ਫਿਰ ਨਹੀਂ ਦੁਹੇਲੀ, ਅਤੇ ਫਿਰ ਮੁੜ ਕੇ
ਉਹਨਾਂ ਦੀ ਜਿੰਦ ਦੁਹੇਲੀ ਦੁਖੀ ਨਹੀਂ ਹੁੰਦੀ। ਜਿਨ੍ਹਾਂ ਦਾ ਪਰਮੇਸ਼ਰ ਮਿੱਤਰ ਹੈ, ਬੇਲੀ ਹੈ, ਫਿਰ ਉਹਨਾਂ ਦੀ ਜਿੰਦ ਹੈ ਜਿਹੜੀ ਉਹ ਦੁਖੀ ਨਹੀਂ ਹੁੰਦੀ ਅਤੇ ਜੰਮਣ ਮਰਨ ਦੀ ਪੀੜਾ ਵੀ ਚਲੀ ਜਾਂਦੀ ਹੈ। ਦੁਨੀਆ ਦੇ ਅਨੇਕ ਪ੍ਰਕਾਰ ਦੀ ਪੀੜਾ ਦਰਦ ਹੈ ਉਹ ਵੀ ਚਲੀ ਜਾਂਦੀ ਹੈ ਅਤੇ ਉਹਨਾਂ ਦੀ ਜਿੰਦ ਦੁਖੀ ਨਹੀਂ ਹੁੰਦੀ। ਰਹਾਓ ਕਰ ਕਿਰਪਾ ਚਰਨ ਸੰਗ ਮੇਲੀ। ਜਿਸ ਜੀਵ ਰੂਪ ਇਸਤਰੀ ਜਾਂ ਜਿਨ੍ਹਾਂ ਦੀ ਬਿਰਤੀ ਨੂੰ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਆਪਣੇ ਚਰਨਾਂ ਦੇ ਸੰਗ ਚਰਨਾਂ ਦੇ ਨਾਲ ਮੇਲ ਲਿਆ ਹੈ। ਸੂਖ ਸਹਿਜ ਆਨੰਦ ਸਹੇਲੀ। ਉਹ ਸਹਿਜ ਸੁਭਾਵਕ ਹੀ ਸੁਖ ਸਰੂਪ ਪਰਮੇਸ਼ਰ ਦੇ ਬ੍ਰਹਮਾਨੰਦ ਨੂੰ ਪਾ ਕੇ ਲੋਕ ਪਰਲੋਕ ਵਿੱਚ ਸੁਖੀ ਹੋਈਆਂ ਹਨ। ਸਾਧ ਸੰਗ ਗੁਣ ਗਾਏ ਅਤੋਲੀ। ਜਿਨ੍ਹਾਂ ਨੇ ਸਾਧ ਸੰਗ ਸਤ ਸੰਗਤ ਵਿੱਚ ਬੈਠ ਕੇ ਅਤੋਲੀ ਤੋਲਣ ਤੋਂ ਰਹਿਤ, ਵਿਚਾਰਨ ਤੋਂ ਰਹਿਤ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਹਨ। ਬੇਚਾਰਨ ਤੋਂ ਰਹਿਤ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਹਨ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਪ੍ਰਭੂ ਦੇ ਗੁਣਾਂ ਤਾਈਂ ਗਾਉਣਾ ਕੀਤਾ ਹੈ, ਉਹਨਾਂ ਨੂੰ ਅਤੋਲੀ ਅਤੁੱਲ ਆਨੰਦ ਪ੍ਰਾਪਤ ਹੋਇਆ ਹੈ। ਜੋ ਸ਼ਾਸਤਰ ਪ੍ਰਮਾਣ ਰੂਪ ਬੱਟੇ ਅਤੇ ਬੁੱਧੀ ਰੂਪੀ ਤਰਾਜੂ ਨਾਲ ਤੋਲਿਆ ਨਹੀਂ ਜਾਂਦਾ। ਹਰ ਸਿਮਰਤ ਨਾਨਕ ਭਈ ਅਮੋਲੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਉਹਨਾਂ ਦੀ ਬਿਰਤੀ ਰੂਪੀ ਵਾਹਿਗੁਰੂ, ਉਹਨਾਂ ਦੀ ਬਿਰਤੀ ਬੁੱਧੀ ਅਮੋਲੀ ਅਮੋਲਕ ਹੋ ਗਈ ਹੈ। ਉਹਨਾਂ ਨੂੰ ਸੁੱਖ ਰੂਪ ਅਮੋਲਕ ਵਸਤੂ ਪ੍ਰਾਪਤ ਹੁੰਦੀ ਹੈ ਕਿ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਬੈਠ ਕੇ ਤੋਲਣ ਤੋਂ ਰਹਿਤ ਪਰਮੇਸ਼ਰ ਦੇ ਗੁਣ ਗਾਏ ਹਨ, ਗੁਣ ਗਾਉਣਾ ਕੀਤੇ ਹਨ ਕਿ ਉਹਨਾਂ ਨੂੰ ਸਰੂਪ ਰੂਪ ਅਮੋਲਕ ਵਸਤੂ ਪ੍ਰਾਪਤ ਹੋਈ ਹੈ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਆਸਾ ਮਹੱਲਾ ਪੰਜਵਾ। ਕਾਮ ਕ੍ਰੋਧ ਮਾਇਆ ਮਦ ਮਤ ਸਰ। ਇਹ ਖੇਲਤ ਸਭ ਜੂਐ ਹਾਰੇ। ਸਤ ਸੰਤੋਖ ਦਇਆ ਧਰਮ ਸੱਚ। ਇਹ ਆਪਣੇ ਗ੍ਰਹਿ ਭੀਤਰ ਬਾਰੇ। ਜਨਮ ਮਰਨ ਚੂਕੇ ਸਭ ਭਾਰੇ। ਮਿਲਤ ਸੰਗ ਭਇਓ ਮਨ ਨਿਰਮਲ। ਗੁਰ ਪੂਰੈ ਲੈ ਖਿਨ ਮੈਂ ਤਾਰੇ ਰਹਾਉ। ਸਭ ਕੀ ਰੇਨ ਹੋਏ ਰਹਿ ਮਨੁਆ। ਸਗਲੇ ਦਿਸਹਿ ਮੀਤ ਪਿਆਰੇ। ਸਭ ਮਦੇ ਰਵਿਆ ਮੇਰਾ ਠਾਕੁਰ। ਦਾਨ ਦੇਤ ਸਭ ਜੀ ਸੰਭਾਰੇ। ਏਕੋ ਏਕ ਆਪ ਇਕ ਏਕੈ। ਏਕੈ ਹੈ ਸਗਲਾ ਪਾਸਾਰੇ। ਜਪ ਜਪ ਹੋਏ ਸਗਲ ਸਾਧ ਜਨ। ਏਕ ਨਾਮ ਧਿਆਏ ਬਹੁਤ ਉਧਾਰੇ। ਗਹਿਰ ਗੰਭੀਰ ਬੇਅੰਤ ਗੁਸਾਈ। ਅੰਤ ਨਹੀਂ ਕਿਸ ਪਾਰਾ ਵਾਰੇ। ਤੁਮਰੀ ਕਿਰਪਾ ਤੇ ਗੁਣ ਗਾਵੈ ਨਾਨਕ। ਧਿਆਏ ਧਿਆਏ ਪ੍ਰਭ ਕੋ ਨਮਸਕਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਤਾਰ ਦੁਆਰਾ ਸਮਝਾ ਰਹੇ ਹਨ। ਆਸਾ ਰਾਗ ਦੇ ਅੰਦਰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਾਮ ਕ੍ਰੋਧ ਮਾਇਆ ਮਦ ਮਤ ਸਰ। ਇਹ ਖੇਲਤ ਸਭ ਜੂਐ ਹਾਰੇ। ਮਹਾਰਾਜ ਜੀ ਕਹਿਣ ਲੱਗੇ ਕਾਮ ਮਦਨ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਚਿੱਤ ਦੀ ਤੀਖਣ ਬਿਰਤੀ, ਮਾਇਆ ਕਪਟ, ਮਦ ਹੰਕਾਰ ਅਤੇ ਮਤਸਰ ਈਰਖਾ ਆਦਿਕ, ਇਹ ਸਾਰੇ ਔਗਣਾਂ ਨੂੰ ਗੁਰਮੁਖ ਜਨਾਂ ਨੇ ਸੋਭ ਗੁਣਾ ਜਾਂ ਨਾਮ ਸਿਮਰ ਰੂਪੀ ਜੂਆ ਖੇਲਣ ਖੇਡਦਿਆਂ ਭਾਵ ਨਾਮ ਦਾ ਅਭਿਆਸ ਕਰਦਿਆਂ ਹਰਾ ਦਿੱਤਾ ਹੈ। ਜੂਆ ਹਾਰੇ ਕੇ ਹਰਾ ਦਿੱਤਾ ਹੈ। ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਐ ਹਾਰੇ। ਕਿ ਮਹਾਰਾਜ ਜੀ ਕਹਿਣ ਲੱਗੇ ਕਾਮ ਮਾਦਨ ਵਿਕਾਰ ਦ੍ਰਿਸ਼ਟੀ,
ਕ੍ਰੋਧ ਗੁੱਸਾ ਚਿੱਤ ਦੀ ਤੀਖਣ ਬਿਰਤੀ, ਮਾਇਆ ਕਾਪਟ ਮਦ ਹੰਕਾਰ ਅਤੇ ਮਤਸਰ ਈਰਖਾ ਆਦਿਕ, ਇਹ ਸਾਰੇ ਔਗੁਣਾਂ ਨੂੰ ਗੁਰਮੁਖ ਜਨਾਂ ਨੇ ਸ਼ੁਭ ਗੁਣਾ ਜਾਂ ਨਾਮ ਸਿਮਰ ਰੂਪੀ ਜੂਆ ਖੇਲਣ ਖੇਡਦਿਆਂ ਭਾਵ ਨਾਮ ਦਾ ਅਭਿਆਸ ਕਰਦਿਆਂ ਹਰਾ ਦਿੱਤਾ ਹੈ। ਕਾਮ ਨੂੰ ਵਸਤ ਵਿਚਾਰ, ਕ੍ਰੋਧ ਨੂੰ ਸ਼ਾਂਤੀ ਦੁਆਰਾ, ਮਾਇਆ ਨੂੰ ਭਗਤੀ ਕਰਕੇ, ਹੰਕਾਰ ਨਿਮਰਤਾ ਨਾਲ ਅਤੇ ਮਤਸਰ ਈਰਖਾ ਨੂੰ ਸਮਤਾ ਨਾਲ ਨਿਵਰਤ ਕੀਤਾ ਹੈ। ਦੂਸਰਾ ਅਰਥ ਹੈ ਇਸ ਦਾ ਕਿ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਐ ਹਾਰੇ, ਕਿ ਜੋ ਪੁਰਸ਼ ਸੰਸਾਰ ਵਿੱਚ ਕਾਮ ਕ੍ਰੋਧ ਮਾਇਆ ਛਲ ਮਦ ਹੰਕਾਰ ਮਤਸਰ ਈਰਖਾ ਆਦਿਕ ਵਿਸ਼ਿਆਂ ਰੂਪੀ ਜੂਏ ਨੂੰ ਖੇਡਦੇ ਹਨ, ਉਹ ਸਾਰੇ ਆਪਣੇ ਸ਼ੁਭ ਗੁਣਾਂ ਨੂੰ ਜਾਂ ਮਨੁੱਖਾ ਜਨਮ ਨੂੰ ਹਾਰ ਜਾਂਦੇ ਹਨ। ਸਤ ਸੰਤੋਖ ਦਇਆ ਧਰਮ ਸੱਚ, ਕਿ ਸਤ ਪ੍ਰਤੱਗੀ ਹੋਣਾ, ਧੀਰਜ ਸੰਤੋਖ, ਸਾਵਰ ਦੁਨੀਆ ਸਾਵਰ ਦਇਆ ਕਰਨਾ, ਕਿ ਧਰਮ ਨਿਯਮ ਫਰਜ਼ ਅਤੇ ਸੱਚ ਬੋਲਣਾ, ਇਹ ਆਪਣੇ ਗ੍ਰਹਿ ਭੀਤਰ ਬਾਰੇ। ਇਹਨਾਂ ਸ਼ੁਭ ਗੁਣਾਂ ਨੂੰ ਗੁਰਮੁਖ ਜਨਾਂ ਨੇ ਆਪਣੇ ਹਿਰਦੇ ਰੂਪੀ ਗ੍ਰਹਿ ਘਰ ਦੇ ਭੀਤਰ ਵਿੱਚ ਬਾੜਨਾ ਭਾਵ ਧਾਰਨਾ ਕੀਤਾ ਹੈ। ਸਤ ਸੰਤੋਖ ਦਇਆ ਧਰਮ ਸੱਚ, ਕਿ ਸਤ ਨੂੰ ਤੇ ਧੀਰਜ ਨੂੰ, ਸੰਤੋਖ ਨੂੰ, ਸਬਰ ਨੂੰ ਤੇ ਧਰਮ ਨੂੰ, ਇਹਨਾਂ ਨੂੰ ਆਪਣਾ ਫਰਜ਼ ਸਮਝ ਕੇ ਸੱਚ ਬੋਲਣਾ, ਇਹਨਾਂ ਸ਼ੁਭ ਗੁਣਾਂ ਨੂੰ ਗੁਰਮੁਖ ਜਨਾਂ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਬਾੜਨਾ ਭਾਵ ਧਾਰਨ ਕੀਤਾ ਹੈ। ਜਨਮ ਮਰਨ ਚੂਕੇ ਸਭ ਭਾਰੇ, ਕਿ ਉਹਨਾਂ ਦੇ ਜਨਮ ਮਰਨ ਦੇ ਦੁੱਖ ਰੂਪੀ ਸਾਰੇ ਬੋਝ ਚੁੱਕੇ ਗਏ ਹਨ, ਭਾਵ ਨਿਵਰਤ ਹੋ ਗਏ ਹਨ। ਲੋਕ ਦੰਡ ਪਿੱਤਰ ਦੰਡ ਰਾਜ ਦੰਡ ਦੇਵ ਦੰਡ ਆਦਿਕ ਸਾਰੇ ਭਾਰ ਉਹਨਾਂ ਦੇ ਚੁੱਕੇ ਗਏ ਹਨ, ਜਿਨ੍ਹਾਂ ਨੇ ਇਹਨਾਂ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਮਿਲਤ ਸੰਗ ਮਿਲਿਓ ਮਨ ਨਿਰਮਲ, ਕਿ ਸਤ ਸੰਗਤ ਦੇ ਨਾਲ ਮਿਲਤ ਮਿਲਣਾ ਕਰਕੇ ਹਿਰਦਾ ਨਿਰਮਲ ਉਜਲ ਹੋ ਗਿਆ ਹੈ। ਮਿਲਤ ਸੰਗ ਭਇਓ ਮਨ ਨਿਰਮਲ, ਕਿ ਸਤ ਸੰਗਤ ਦੇ ਨਾਲ ਮਿਲਣ ਕਰਕੇ ਮਨ ਹਿਰਦਾ ਨਿਰਮਲ ਉਜਲ ਹੋ ਗਿਆ ਹੈ। ਗੁਰਪੂਰੈ ਲੈ ਖਿਨ ਮੈਂ ਧਾਰੇ, ਪੂਰਨ ਸਤਿਗੁਰਾਂ ਨੇ ਸਾਡੇ ਮਨ ਦੀ ਬਿਰਤੀ ਨੂੰ ਲੈ ਕੇ ਆਪਣੇ ਚਰਨਾਂ ਦੀ ਪ੍ਰੀਤੀ ਨਾਲ ਜੋੜ ਕੇ ਇੱਕ ਛਿਨ ਵਿੱਚ ਹੀ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਸਭ ਕੀ ਰੇਨ ਹੋਏ ਰਹਿ ਮਨੁਆ, ਸਗਲੇ ਦਿਸਹਿ ਮੀਤ ਪਿਆਰੇ। ਮਹਾਰਾਜ ਜੀ ਕਹਿਣ ਲੱਗੇ, ਜੇਕਰ ਇਹ ਮਨੁਆ ਮਨ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਰਹੇ ਤਾਂ ਸਗਲੇ ਦਿਸਹਿ ਮੀਤ ਪਿਆਰੇ, ਤਾਂ ਸਗਲੇ ਸਾਰੇ ਜੀਵ ਮੀਤ ਮਿੱਤਰ ਪਿਆਰੇ ਹੀ ਦਿਸਦੇ ਹਨ। ਜੇਕਰ ਇਹ ਮਨੁਆ ਮਨ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਰਹੇ ਤਾਂ ਸਾਰੇ ਜੀਵ ਮਿੱਤਰ ਪਿਆਰੇ ਹੀ ਦਿਸਦੇ ਹਨ। ਸਭ ਮਧੇ ਰਵਿਆ ਮੇਰਾ ਠਾਕੁਰ, ਸਭ ਸਾਰਿਆਂ ਜੀਵਾਂ ਦੇ ਮਧੇ ਵਿੱਚ ਸਾਡਾ ਠਾਕੁਰ ਸੁਆਮੀ ਰਵਿਆ ਵਿਆਪਕ ਹੋ ਰਿਹਾ ਹੈ, ਅਤੇ ਦਾਨ ਦੇਤ ਸਭ ਜੀ ਸੰਭਾਰੇ, ਅਤੇ ਸਾਰਿਆਂ ਜੀਵਾਂ ਨੂੰ ਰੋਜੀ ਸਵਾਸਾਂ ਦਾ ਦਾਨ ਉਹ ਪਰਮੇਸ਼ਰ ਦਿੰਦਾ ਹੈ। ਫਿਰ ਪਾਲਣਾ ਕਰ ਰੂਪੀ ਸੰਭਾਰੇ ਸੰਭਾਲਣਾ ਕਰਦਾ ਹੈ। ਏਕੋ ਏਕ ਆਪ ਇੱਕ ਏਕ ਹੈ, ਇੱਕ ਪਰਮੇਸ਼ਰ ਆਪ ਹੀ ਸਤਿਯੁਗ ਵਿੱਚ ਸੀ, ਇੱਕੋ ਪਰਮੇਸ਼ਰ ਤ੍ਰੇਤੇ ਵਿੱਚ ਸੀ, ਤੇ ਇੱਕੋ ਹੀ ਦੁਆਪਰ ਯੁੱਗ ਵਿੱਚ ਸੀ, ਅਤੇ ਇੱਕ ਹੀ ਪਰਮੇਸ਼ਰ ਹੁਣ ਕਲਯੁਗ ਵਿੱਚ ਹੈ, ਅਤੇ ਏਕੋ ਹੈ ਸਗਲਾ ਪਸਾਰੇ, ਅਤੇ ਇੱਕ ਅਦਵੈਤ ਸਰੂਪ ਦਾ ਸਗਲਾ ਸਾਰਾ ਪਸਾਰਾ ਹੈ। ਇੱਕੋ ਇੱਕ ਪਰਮੇਸ਼ਰ ਭੂਤ ਕਾਲ ਵਿੱਚ ਸੀ,
ਇੱਕੋ ਇੱਕ ਪਰਮੇਸ਼ਰ ਹੁਣ ਵਰਤਮਾਨ ਸਮੇਂ ਵਿੱਚ ਵਿਆਪਕ ਹੈ ਅਤੇ ਇੱਕੋ ਇੱਕ ਅੱਗੇ ਨੂੰ ਹੀ ਸਾਰੇ ਪਸਾਰੇ ਵਿੱਚ ਵਿਆਪਕ ਹੋਵੇਗਾ। ਜਪ ਜਪ ਹੋਏ ਸਗਲ ਸਾਧ ਜਨ, ਏਕ ਨਾਮ ਧਿਆਏ ਬਹੁਤ ਉਧਾਰੇ। ਜਪ ਜਪ ਹੋਏ ਸਗਲ ਸਾਧ ਜਨ, ਕਿ ਜਾਪ ਜਾਪਣ ਜੋਗ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਜਾਪ ਜਪਿਆ ਹੈ ਉਹ ਸਗਲ ਸਾਰੇ ਸ੍ਰੇਸ਼ਟ ਪੁਰਸ਼ ਭਾਵ ਸੰਤ ਮਹਾਂਪੁਰਖ ਹੋਏ ਹਨ। ਜਿਨ੍ਹਾਂ ਨੇ ਜਾਪਣ ਯੋਗ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਹ ਸਾਰੇ ਸ੍ਰੇਸ਼ਟ ਜਨ, ਸ੍ਰੇਸ਼ਟ ਪੁਰਸ਼ ਭਾਵ ਸੰਤ ਮਹਾਂਪੁਰਖ ਹੋਏ ਹਨ। ਏਕ ਨਾਮ ਧਿਆਏ ਬਹੁਤ ਉਧਾਰੇ, ਇੱਕ ਨਾਮ ਨੂੰ ਧਿਆਉਣਾ ਕਰਕੇ ਬੇਅੰਤ ਪ੍ਰਾਣੀਆਂ ਦਾ ਉਧਾਰ ਹੋਇਆ ਹੈ। ਗਹਿਰ ਗੰਭੀਰ ਬੇਅੰਤ ਗੁਸਾਈ, ਅੰਤ ਨਹੀਂ ਕਿਸ ਪਾਰਾ ਬਾਰੇ। ਜੋ ਗਹਿਰ ਨਿਰਹਲ ਗੰਭੀਰ ਡੂੰਘੇ ਬੇਅੰਤ ਅੰਤ ਤੋਂ ਰਹਿਤ ਗੁਸਾਈ ਪਰਮੇਸ਼ਰ, ਗਹਿਰ ਗੰਭੀਰ ਡੂੰਘੇ ਤੋਂ ਡੂੰਘੇ ਬੇਅੰਤ ਅਨੰਤ ਗੁਣਾਂ ਵਾਲੇ ਗੁਸਾਈ ਪ੍ਰਿਥਵੀ ਦੇ ਮਾਲਕ ਵਾਹਿਗੁਰੂ, ਤੁਹਾਡੇ ਪਾਰਾ ਬਾਰੇ ਆਰ ਪਾਰ ਦਾ ਲੋਕ ਪਰਲੋਕ ਅਤੇ ਕੁਝ ਅੰਤ ਅਖੀਰ ਨਹੀਂ ਪਾਇਆ ਜਾਂਦਾ। ਤੁਮਰੀ ਕਿਰਪਾ ਤੇ ਗੁਣ ਗਾਵੈ ਨਾਨਕ, ਧਿਆਏ ਧਿਆਏ ਪ੍ਰਭ ਕੋ ਨਮਸਕਾਰੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ, ਤੇਰੀ ਦਇਆ ਦ੍ਰਿਸ਼ਟੀ ਤੋਂ ਹੀ ਤੁਹਾਡੇ ਗੁਣ ਗਾਉਂਦੇ ਹਾਂ ਅਤੇ ਧਿਆਉਣ ਯੋਗ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਕਰਕੇ ਧਿਆਉਂਦੇ ਹੋਏ ਸਤਿਕਾਰ ਸਹਿਤ ਨਮਸਕਾਰੇ, ਨਮਸਕਾਰ ਕਰਦੇ ਹਾਂ, ਵੰਦਨਾ ਕਰਦੇ ਹਾਂ। ਤੁਮਰੀ ਕਿਰਪਾ ਤੇ ਗੁਣ ਗਾਵੈ ਨਾਨਕ, ਧਿਆਏ ਧਿਆਏ ਪ੍ਰਭ ਕੋ ਨਮਸਕਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ, ਤੇਰੀ ਦਇਆ ਦ੍ਰਿਸ਼ਟੀ ਤੋਂ ਹੀ ਤੁਹਾਡੇ ਗੁਣ ਗਾਉਂਦੇ ਹਾਂ ਅਤੇ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ, ਧਿਆਉਣੇ ਯੋਗ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਕਰਕੇ ਧਿਆਉਂਦੇ ਹੋਏ ਸਤਿਕਾਰ ਸਹਿਤ ਨਮਸਕਾਰ ਕਰਦੇ ਹਾਂ, ਵੰਦਨਾ ਕਰਦੇ ਹਾਂ, ਡੰਡੌਤ ਵੰਦਨਾ ਕਰਦੇ ਹਾਂ। ਮਹਾਰਾਜ ਜੀ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ। ਆਸਾ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ। ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤੂੰ ਬੇਅੰਤ ਅਵਗਤ ਅਗੋਚਰ, ਇਹ ਸਭ ਤੇਰਾ ਆਕਾਰ। ਕਿਆ ਹਮ ਜੰਤ ਕਰਹਿ ਚਤੁਰਾਈ, ਜਾਂ ਸਭ ਕਿਸ ਤੁਝੈ ਮੰਝਾਰ। ਮੇਰੇ ਸਤਿਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ, ਦੇਹੋ ਸਮਤ ਸਦਾ ਗੁਣ ਗਾਵਾਂ। ਮੇਰੇ ਠਾਕੁਰ ਅਗਮ ਅਪਾਰ ਰਹਾਉ, ਜੈਸੇ ਜਾਨਨ ਜਠਰ ਮੈਂ ਪ੍ਰਾਨੀ, ਉਹ ਰਹਿਤਾ ਨਾਮ ਆਧਾਰ। ਆਨੰਦ ਕਰੈ ਸਾਸ ਸਾਸ ਸੰਭਾਰੈ, ਨਾ ਪੂਹੈ ਅਗਨਾਰ। ਪਾਰ ਧਨ ਪਰ ਦਾਰਾ ਪਰ ਨਿੰਦਾ, ਇਨਸਿਉ ਪ੍ਰੀਤ ਨਿਵਾਰ। ਚਰਨ ਕਮਲ ਸੇਬੀ ਰਿਦ ਅੰਤਰ, ਗੁਰ ਪੂਰੈ ਕੈ ਆਧਾਰ। ਗ੍ਰਹਿ ਮੰਦਰ ਮਹਿਲਾ ਜੋ ਦਿਸਹਿ, ਨਾ ਕੋਈ ਸੰਗਾਰ। ਜਬ ਲਗ ਜੀਵਹਿ ਕਲੀ ਕਾਲ ਮੈਂ, ਜਨ ਨਾਨਕ ਨਾਮ ਸੰਭਾਰ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਗੁਰਬਾਣੀ ਦੀ ਵਿਚਾਰ ਹੋਣ ਨਾਲ ਹੀ ਗੁਰਬਾਣੀ ਦੀ ਸਮਝ ਪੈਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਤੂੰ ਬੇਅੰਤ ਅਵਗਤ ਅਗੋਚਰ, ਇਹ ਸਭ ਤੇਰਾ ਆਕਾਰ। ਮਹਾਰਾਜ ਜੀ ਕਹਿਣ ਲੱਗੇ ਕਿ ਹੇ ਪਰਮੇਸ਼ਰ, ਤੂੰ ਬੇਅੰਤ ਅਨੰਤ ਗੁਣਾਂ ਦਾ ਮਾਲਕ, ਆਵਗਤ ਜਾਣਨ ਤੋਂ ਰਹਿਤ, ਗਿਆਨ ਸਰੂਪ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ। ਇਹ ਸਾਰਾ ਜਗਤ, ਸਾਰਾ ਸੰਸਾਰ ਤੇਰਾ ਹੀ ਆਕਾਰ,
ਤੇਰਾ ਹੀ ਸਰੂਪ ਹੈ। ਵਿਸ਼ਨੂੰ ਦਾ ਕਰਤਾ ਬ੍ਰਹਮਾ, ਵਿਸ਼ਨੂੰ ਬ੍ਰਹਮਾ ਸ਼ਿਵ ਜੀ ਆਦਿਕ ਸਭ ਤੇਰੇ ਹੀ ਬਣਾਏ ਹੋਏ ਹਨ, ਇਹ ਤੇਰੇ ਹੀ ਕਰਤੇ ਹਨ। ਕਿਆ ਹਮ ਜੰਤ ਕਰਹਿ ਚਤੁਰਾਈ, हे ਮਹਾਰਾਜ ਹਮ ਅਸੀਂ ਤੁਸ ਜੀਵ ਜੰਤ ਕੀ ਚਤੁਰਾਈ ਕੀ ਸਿਆਣਪ ਕਰ ਸਕਦੇ ਹਾਂ। ਜਾਂ ਸਭ ਕਿਸ ਤੁਝੈ ਮਝਾਰ, ਜਾਂ ਜਦ ਸਾਰਾ ਕੁਝ ਤੇਰੇ ਹੁਕਮ ਮਝਾਰ ਹੁੰਦਾ ਵਿੱਚ ਹੀ ਹੈ। ਜਦੋਂ ਸਭ ਕੁਝ ਤੇਰੇ ਹੁਕਮ ਦੇ ਵਿੱਚ ਹੀ ਹੈ ਤਾਂ ਅਸੀਂ ਜੀਵ ਤੁੱਛ ਹਾਂ, ਅਸੀਂ ਕੀ ਚਤੁਰਾਈ ਕੀ ਸਿਆਣਪ ਕਰ ਸਕਦੇ ਹਾਂ। ਮੇਰੇ ਸਤਿਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ, ਕਿ ਇਹ ਸਾਡੇ ਸਤਿਗੁਰੂ ਸੱਚੇ ਗੁਰੂ ਸੰਸਾਰ ਰੂਪੀ ਲੀਲਾ ਸੰਸਾਰ ਰੂਪੀ ਖੇਡ ਨੂੰ ਧਾਰਨ ਵਾਲੇ ਸਾਨੂੰ ਆਪਣੇ ਬਾਲਕ ਬੱਚੇ ਜਾਣ ਕੇ ਰੱਖਣਾ ਕਰੋ। ਜੋ ਲੀਲਾ ਕੌਤਕ ਕਰਨ ਵਾਲੀ ਤੇਰੀ ਮਾਇਆ ਹੈ, ਅਸੀਂ ਉਸ ਨੂੰ ਧਾਰਿਆ ਹੋਇਆ ਹੈ। ਤੁਸੀਂ ਕਿਰਪਾ ਕਰਕੇ ਆਪਣੇ ਅਣਜਾਣ ਬੱਚੇ ਜਾਣ ਕੇ ਸਾਡੀ ਰੱਖਿਆ ਕਰੋ। ਦੇਹੋ ਸਮਤ ਸਦਾ ਗੁਣ ਗਾਵਾਂ। ਮਹਾਰਾਜ ਜੀ ਕਹਿਣ ਲੱਗੇ, ਹੇ ਸਾਡੇ ਗਮਤਾ ਤੋਂ ਰਹਿਤ ਪਾਰਾਵਾਰ ਤੋਂ ਰਹਿਤ ਠਾਕੁਰ ਸੁਆਮੀ ਮਾਲਕ ਪਰਮੇਸ਼ਰ, ਸਾਨੂੰ ਸਮਤ ਸ੍ਰੇਸ਼ਟ ਬੁੱਧ ਦੇਣੀ ਕਰੋ, ਜਿਸ ਕਰਕੇ ਮੈਂ ਹਮੇਸ਼ਾ ਤੇਰੇ ਗੁਣਾਂ ਨੂੰ ਗਾਉਂਦਾ ਰਹਾ। ਦੇਹੋ ਸਮਤ ਸਦਾ ਗੁਣ ਗਾਵਾ। ਮੇਰੇ ਠਾਕੁਰ ਅਗਮ ਅਪਾਰੇ, ਹੇ ਮੇਰੇ ਅਗਮ ਹੰਗਤਾ ਤੋਂ ਰਹਿਤ ਪਾਰਾਵਾਰ ਤੋਂ ਰਹਿਤ ਠਾਕੁਰ ਸੁਆਮੀ ਮਾਲਕ ਪਰਮੇਸ਼ਰ, ਮੈਨੂੰ ਸਮਤ ਸ੍ਰੇਸ਼ਟ ਬੁੱਧ ਦੇਣੀ ਕਰੋ, ਜਿਸ ਕਰਕੇ ਮੈਂ ਹਮੇਸ਼ਾ ਤੇਰੇ ਗੁਣਾਂ ਨੂੰ ਗਾਉਂਦਾ ਰਹਾ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਕਹਿਣ ਲੱਗੇ, ਜੈਸੇ ਜਾਨਨ ਜਠਰ ਮੈਂ ਪ੍ਰਾਨੀ, ਕਿ ਹੇ ਭਾਈ ਜਿਸ ਪ੍ਰਕਾਰ ਜਨਨ ਮਾਤਾ ਦੇ ਜਠਰ ਪੇਟ ਵਿੱਚ ਜੋ ਪ੍ਰਾਨੀ ਪ੍ਰਾਣ ਧਾਰੀ ਜੀਵ ਹੈ, ਜੈਸੇ ਜਨਨ ਜਠਰ ਮੈਂ ਪ੍ਰਾਨੀ, ਕਿ ਹੇ ਭਾਈ ਜਿਸ ਪ੍ਰਕਾਰ ਮਾਤਾ ਦੇ ਪੇਟ ਵਿੱਚ ਜੋ ਪ੍ਰਾਣ ਧਾਰੀ ਜੀਵ ਹੈ, ਉਹ ਰਹਿਤਾ ਨਾਮ ਆਧਾਰ, ਉਹ ਉਥੇ ਜਠਰਾ ਅਗਨੀ ਵਿੱਚ ਨਾਮ ਦੇ ਆਧਾਰ ਆਸਰੇ ਹੀ ਬਚਿਆ ਰਹਿੰਦਾ ਹੈ। ਜੈਸੇ ਜਾਨਨ ਜਠਨ ਮੈਂ ਪ੍ਰਾਨੀ, ਉਹ ਰਹਿਤਾ ਨਾਮ ਆਧਾਰ। ਇਹ ਭਾਈ ਜਿਸ ਪ੍ਰਕਾਰ ਮਾਤਾ ਦੇ ਪੇਟ ਵਿੱਚ ਜੋ ਪ੍ਰਾਨੀ ਪ੍ਰਾਣ ਧਾਰੀ ਜੀਵ ਹੈ, ਉਹ ਉੱਥੇ ਜਠਰਾ ਅਗਨੀ ਵਿੱਚ ਨਾਮ ਦੇ ਆਸਰੇ ਹੀ ਬਚਿਆ ਰਹਿੰਦਾ ਹੈ। ਆਨੰਦ ਕਰੈ ਸਾਸ ਸਾਸ ਸੰਭਾਰੈ, ਉੱਥੇ ਉਹ ਜੀਵ ਸਵਾਸ ਸਵਾਸ ਹਰ ਦਮ ਪਰਮੇਸ਼ਰ ਨੂੰ ਯਾਦ ਕਰਦਾ ਹੋਇਆ ਆਨੰਦ ਪ੍ਰਾਪਤ ਕਰਦਾ ਹੈ। ਤੇ ਨਾ ਪੋਹੈ ਅਗਨਾਰ, ਤੇ ਉਸ ਨੂੰ ਮਾਤਾ ਦੇ ਗਰਭ ਦੀ ਜਿਹੜੀ ਅਗਨੀ ਹੈ, ਜਠਰਾਗਨ ਅੱਗ ਹੈ, ਉਹ ਪਹੁੰਚਦੀ ਨਹੀਂ। ਕਿ ਅਗਨੀ ਅਤੇ ਪਾਣੀ ਨਹੀਂ ਪਹੁੰਚਦਾ, ਜਿੱਥੇ ਅੱਗ ਵੀ ਹੈ ਪਾਣੀ ਵੀ ਹੈ, ਉਹ ਉਸ ਦਾ ਨੁਕਸਾਨ ਨਹੀਂ ਕਰਦਾ। ਹੇ ਮਹਾਰਾਜ, ਤੇਰਾ ਸਾਸ ਸਾਸ ਸਿਮਰਨ ਕਰਨ ਨਾਲ ਮਾਇਆ ਰੂਪੀ ਅਗਨੀ ਤੇ ਪਦਾਰਥਾਂ ਰੂਪੀ ਜਲ ਪੋ ਨਹੀਂ ਸਕਦਾ। ਇਉਂ ਸਾਡੀ ਰੱਖਿਆ ਕਰੋ, ਜਿਵੇਂ ਜੀਵ ਦੀ ਮਾਤਾ ਦੇ ਪੇਟ ਵਿੱਚ ਰੱਖਿਆ ਕਰਦੇ ਹੋ। ਪਰ ਧਨ ਪਰ ਦਾਰਾ ਪਰ ਨਿੰਦਾ, ਇਨ ਸਿਉ ਪ੍ਰੀਤ ਨਿਵਾਰ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਜੋ ਪਰ ਪਰਾਇਆ ਧਨ, ਪਰ ਪਰਾਈ ਦਾਰਾ ਇਸਤਰੀ ਅਤੇ ਪਰ ਪਰਾਈ ਨਿੰਦਿਆ ਆਪ ਜਸ ਕਰਨੀ ਹੈ, ਇਹਨਾਂ ਦੇ ਨਾਲੋਂ ਪ੍ਰੀਤੀ ਦੂਰ ਕਰ ਦੇਣੀ ਕਰੋ। ਪਰ ਧਨ ਪਰ ਦਾਰਾ ਪਰ ਨਿੰਦਾ, ਇਨ ਸਿਉ ਪ੍ਰੀਤ ਨਿਵਾਰ। ਨਿਵਾਰ ਹੁੰਦਾ ਦੂਰ ਕਰਨਾ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਜੋ ਪਰ ਪਰਾਇਆ ਧਨ ਹੈ, ਪਰ ਪਰਾਈ ਦਾਰਾ ਇਸਤਰੀ ਹੈ ਅਤੇ ਪਰ ਪਰਾਈ ਨਿੰਦਿਆ ਆਪ ਜਸ ਕਰਨਾ ਹੈ, ਇਹਨਾਂ ਨਾਲੋਂ ਪ੍ਰੀਤੀ ਦੂਰ ਕਰ ਦੇਣੀ ਕਰੋ, ਤਾਂ ਕਿ ਚਰਨ ਕਮਲ ਸੇਵੀ ਰਿਦ ਅੰਤਰ, ਗੁਰ ਪੂਰੇ ਕੈ ਆਧਾਰ। ਪੂਰਨ ਸਤਿਗੁਰੂ ਸਾਹਿਬ ਜੀ ਦੇ ਆਸਰੇ ਹੋ ਕੇ ਮਹਾਰਾਜ ਜੀ ਦੇ ਚਰਨ ਜੋ ਕਮਲ ਬਤ ਨਿਰਲੇਪ ਹਨ,
ਉਹਨਾਂ ਨੂੰ ਹਿਰਦੇ ਦੇ ਅੰਦਰ ਸੇਵਨਾ ਕਰੋ। ਗ੍ਰਹਿ ਮੰਦਰ ਮਹਿਲਾ ਜੋ ਦਿਸਹਿ, ਨਾ ਕੋਈ ਸੰਘਾਰ। ਗ੍ਰਹਿ ਮੰਦਰ ਮਹਿਲਾ ਜੋ ਦਿਸਹਿ, ਇਹ ਜਿਹੜੇ ਗ੍ਰਹਿ ਘਰ, ਮੰਦਰ ਮਕਾਨ, ਮਹਿਲਾ ਨਿਵਾਸ ਅਸਥਾਨ, ਕਿ ਇਹ ਜਿਹੜੇ ਹਨ ਜਾਂ ਮਹਿਲਾ ਇਸਤਰੀ ਆਦਿਕ, ਜੋ ਜਿਹੜਾ ਕੁਝ ਵੀ ਪਦਾਰਥ ਦਿਸਹਿ ਦਿਖਾਈ ਦੇ ਰਿਹਾ ਹੈ, ਅੰਤ ਵੇਲੇ ਇਹਨਾਂ ਵਿੱਚੋਂ ਕੋਈ ਵੀ ਸੰਗਾਰ ਸੰਗੀ ਨਹੀਂ ਹੋਵੇਗਾ, ਨਾ ਕੋਈ ਸੰਗਾਰ। ਕਿ ਇਹ ਜਿਹੜੇ ਘਰ, ਮੰਦਰ, ਮਕਾਨ, ਮਹਿਲ ਹਨ, ਇਹਨਾਂ ਦੇ ਵਿੱਚ ਨਿਵਾਸ ਅਸਥਾਨ ਹਨ, ਕਿ ਮਹਿਲਾ ਇਸਤਰੀ ਆਦਿਕ ਜਿਹੜਾ ਕੁਝ ਵੀ ਪਦਾਰਥ ਦਿਸਹਿ ਦਿਖਾਈ ਦੇ ਰਿਹਾ ਹੈ, ਨਾ ਕੋਈ ਸ਼ਿੰਗਾਰ। ਅੰਤ ਵੇਲੇ ਇਹਨਾਂ ਵਿੱਚੋਂ ਕੋਈ ਵੀ ਸ਼ਿੰਗਾਰ ਸੰਗੀ ਨਹੀਂ ਹੋਵੇਗਾ। ਜਬ ਲਗ ਜੀਵ ਹੈ ਕਲੀ ਕਾਲ ਮੈਂ, ਜਨ ਨਾਨਕ ਨਾਮ ਸੰਭਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਜਨ, ਹੇ ਪੁਰਸ਼ੋ, ਜਦੋਂ ਤੱਕ ਕਲਯੁਗ ਦੇ ਸਮੇਂ ਵਿੱਚ ਜੀਵ ਜਿਉਣਾ ਕਰਦਾ ਹੈ, ਉਤਨਾ ਚਿਰ ਤੱਕ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਨਾ ਕਰੇ। ਜਾਬ ਲਗ ਜੀਵ ਹੈ ਕਲੀ ਕਾਲ ਮੈਂ, ਜਨ ਨਾਨਕ ਨਾਮ ਸੰਭਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਇਸ ਸੰਸਾਰੀ ਜੀਵਾਂ ਨੂੰ, ਕਲਯੁਗ ਦੇ ਜੀਵਾਂ ਨੂੰ ਸਮਝਾਉਂਦੇ ਹਨ ਕਿ ਹੇ ਪੁਰਸ਼ੋ, ਜਦੋਂ ਤੱਕ ਕਲੀ ਕਾਲ, ਕਿ ਕਲਯੁਗ ਦੇ ਕਾਲ ਸਮੇਂ ਵਿੱਚ ਜੀਵ ਜਿਉਣਾ ਕਰਦਾ ਹੈ, ਉਤਨਾ ਚਿਰ ਤੱਕ ਪਰਮੇਸ਼ਰ ਦੇ ਨਾਮ ਨੂੰ ਸੰਭਾਰ ਯਾਦ ਕਰਨਾ ਕਰੇ। ਕਿਉਂਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਕਿ ਜਿਹੜਾ ਕਲਯੁਗ ਦੇ ਵਿੱਚ ਕੀਰਤੀ ਸਿਫਤ ਸਲਾਹ ਵਡਿਆਈ ਨਾਮ ਜਪੇਗਾ, ਉਹ ਹੀ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਕਲਯੁਗ ਦੇ ਵਿੱਚ ਨਾਮ ਦੀ ਵਡਿਆਈ ਹੈ। ਜੁਗਾਂ ਜੁਗਾਂ ਦੇ ਵਿੱਚ ਮਹਿਮਾ ਸੀ। ਕਿਸੇ ਸਮੇਂ ਜੱਗ ਕਰਨਾ